जीवत मेरे परमेश्वर प्रभु यीशु मसीह नासरी दे जिंदा नाम च ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾਵੰਦ ਅੱਜ ਦੇ ਦਿਨ ਦੇ ਲਈ ਖੁਦਾਵੰਦ ਜੋ ਸਾਡੀ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਸ਼ੁਕਰਗੁਜ਼ਾਰੀ ਕਰਦੇ ਹਾਂ ਮੇਰੇ ਪ੍ਰਭੂ। ਬਹੁਤ ਸਾਰੇ ਲੋਕ ਅੱਜ ਦਾ ਦਿਨ ਦੇਖਣਾ ਚਾਹੁੰਦੇ ਸੀ ਪਰ ਦੇਖ ਨਹੀਂ ਪਾਏ ਮੇਰੇ ਪ੍ਰਭੂ, ਪਰ ਤੁਸੀਂ ਸਾਨੂੰ ਜ਼ਿੰਦਾ ਰੱਖਿਆ, ਤੰਦਰੁਸਤ ਰੱਖਿਆ ਔਰ ਸਭ ਤੋਂ ਵੱਧ ਕੇ ਆਪਣੀ ਹਜ਼ੂਰੀ ਦੇ ਵਿੱਚ ਰੱਖਿਆ। ਅਸੀਂ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਮੇਰੇ ਪਰਮੇਸ਼ਵਰ। ਤੁਹਾਡੀ ਵੱਡੀ ਕਿਰਪਾ ਜੋ ਸਾਡੇ ਉੱਪਰ ਆ ਉਹਦੀ ਦੀ ਕਦਰ ਕਰਦੇ ਹਾਂ ਮੇਰੇ ਖੁਦਾਵੰਦ। ਤੁਸੀਂ ਸਾਨੂੰ ਖੁਦਾਵੰਦ ਇੰਨੀ ਵੱਡੀ ਦੁਨੀਆ ਦੇ ਵਿੱਚੋਂ ਚੁਣ ਲਿਆ ਮੇਰੇ ਪ੍ਰਭੂ ਔਰ ਆਪਣੇ ਪੁੱਤਰ ਧੀਆਂ ਹੋਣ ਦਾ ਹੱਕ ਦੇ ਦਿੱਤਾ ਮੇਰੇ ਪ੍ਰਭੂ ਜੀ। ਸ਼ੁਕਰਗੁਜ਼ਾਰ ਹਾਂ ਮੇਰੇ ਪਰਮੇਸ਼ਵਰ ਔਰ ਬੇਨਤੀ ਆ ਖੁਦਾਵੰਦ ਜੋ ਤੁਹਾਡੇ ਬੱਚਿਆਂ ਨੇ ਧੰਨਵਾਦ ਦੀਆਂ ਭੇਂਟਾਂ ਤੁਹਾਨੂੰ ਚੜਾਈਆਂ ਨੇ, ਇਹ ਸੁਗੰਧਾ ਧੂਫ ਦੀ ਮਾਨੇ ਜੋ ਤੁਹਾਡੇ ਸਿੰਘਾਸਨ ਦੇ ਸਾਹਮਣੇ ਪਹੁੰਚੇ ਮੇਰੇ ਪ੍ਰਭੂ, ਔਰ ਬਦਲੇ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀਆਂ ਦੁਆਵਾਂ ਨੂੰ ਸੁਣ ਲੈਣਾ ਮੇਰੇ ਖੁਦਾਵੰਦ ਔਰ ਉੱਤਰ ਹਾਂ ਤੇ ਆਮੀਨ ਦੇ ਨਾਲ ਦੇਣਾ ਮੇਰੇ ਪ੍ਰਭੂ ਜੀ। ਅਸੀਂ ਤੁਹਾਡਾ ਸ਼ੁਕਰ ਅਦਾ ਕਰਦੇ ਹਾਂ ਮੇਰੇ ਖੁਦਾਵੰਦ, ਜਿਨ੍ਹਾਂ ਇੰਟਰਨੈਟ ਦੇ ਵਸੀਲੇ ਦੇ ਨਾਲ ਅੱਜ ਦੀ ਮੀਟਿੰਗ ਨੂੰ ਜੁਆਇਨ ਕਰ ਰਹੇ ਨੇ ਮੇਰੇ ਪ੍ਰਭੂ, ਆਸ਼ੀਸ਼ਿਤ ਹੋਣ ਮੇਰੇ ਖੁਦਾਵੰਦ, ਹਰ ਪੱਖੋਂ ਸੰਭਾਲੇ ਜਾਣ ਮੇਰੇ ਖੁਦਾਵੰਦ। ਬਾਈਬਲ ਤਾਂ ਇਹੀ ਕਹਿੰਦਾ ਆ ਕਿ ਬਿਮਾਰ ਜਿਹੜੇ ਲੋਕ ਨੇ ਅਗਰ ਉਹ ਇਮਾਨਦਾਰੀ ਦੇ ਨਾਲ ਤੁਹਾਡੇ ਡਰ ਤੇ ਤੁਹਾਡੇ ਪਿਆਰ ਦੇ ਨਾਲ ਵਚਨ ਨੂੰ ਸੁਣਦੇ ਆ ਜਾਂ ਪੜ੍ਹਦੇ ਆ ਉਹ ਚੰਗੇ ਹੋ ਜਾਂਦੇ ਆ ਮੇਰੇ ਖੁਦਾਵੰਦਾ। ਅਸੀਂ ਸ਼ੁਕਰ ਕਰਦੇ ਆ ਮੇਰੇ ਖੁਦਾਵੰਦ ਕਿ ਤੁਸੀਂ ਸਾਡੀ ਬੰਦ ਬੁੱਧ ਨੂੰ ਖੋਲ ਦਿੱਤਾ ਮੇਰੇ ਪ੍ਰਭੂ, ਕਿ ਅਸੀਂ ਤੁਹਾਡੇ ਵਚਨਾਂ ਦੀ ਮਹੱਤਵਤਾ ਨੂੰ ਸਮਝ ਸਕੀਏ ਮੇਰੇ ਖੁਦਾਵੰਦ। ਤੁਸੀਂ ਜੋ ਸ਼ਬਦ ਸਾਨੂੰ ਦੇ ਦਿੱਤੇ ਆ ਉਹਦੀ ਕਦਰ ਕਰੀਏ ਮੇਰੇ ਪਰਮੇਸ਼ਵਰ। ਸਾਨੂੰ ਵੱਡਾ ਬਲ ਦਿਓ ਮੇਰੇ ਖੁਦਾਵੰਦ, ਸਾਨੂੰ ਪ੍ਰਾਰਥਨਾ ਕਰਨ ਦਾ ਸਾਮਰਥ ਸਾਡੇ ਜੀਵਨਾਂ ਦੇ ਉੱਪਰ ਉਠੇਲ ਦਿਓ ਮੇਰੇ ਖੁਦਾਵੰਦ। ਬਾਈਬਲ ਨੂੰ ਪੜ੍ਹਨ ਦਾ ਔਰ ਉਹਦੇ ਅਨੁਸਾਰ ਚੱਲਣ ਦਾ ਵੱਡਾ ਬਲ ਸਾਨੂੰ ਬਖਸ਼ ਦਿਓ ਮੇਰੇ ਪ੍ਰਭੂ ਜੀ, ਔਰ ਸੁਣਨ ਵਾਲੇ ਕੰਨ ਦਿਓ ਮੇਰੇ ਪ੍ਰਭੂ, ਕਿਉਂਕਿ ਬਾਈਬਲ ਦਾ ਇਹੀ ਕਹਿੰਦਾ ਕਿ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਆ। ਸੁਣਨ ਦਾ ਮਤਲਬ ਇਹ ਆ ਕਿ ਅਸੀਂ ਜੋ ਸਮਝਦੇ ਆ ਕਿ ਬਰਦਾਸ਼ਤ ਕਰਨਾ ਮੇਰੇ ਖੁਦਾ, ਅਧੀਨਗੀ ਦੇ ਵਿੱਚ ਰਹਿਣਾ। ਅਸੀਂ ਤੁਹਾਡਾ ਧੰਨਵਾਦ ਕਰਦੇ ਕਿ ਜੋ ਇਨਸਾਨ ਜੋ ਪੁਰਾਣੀ ਖੁਦਾਬੰਦ ਤੁਹਾਡੇ ਵਚਨਾਂ ਨੂੰ ਜਾਣ ਲੈਂਦਾ ਆ, ਤੁਹਾਡੀਆਂ ਗੱਲਾਂ ਨੂੰ ਜਾਣ ਲੈਂਦਾ ਆ ਮੇਰੇ ਪ੍ਰਭੂ, ਉਹ ਸੁਣਨਾ ਸਿੱਖ ਜਾਂਦਾ ਆ, ਸਮਝਣਾ ਸਿੱਖ ਜਾਂਦਾ ਆ, ਜ਼ਿੰਦਗੀ ਨੂੰ ਪਵਿੱਤਰਤਾਈ ਦੇ ਨਾਲ ਜਿਉਣਾ ਸਿੱਖ ਜਾਂਦਾ ਆ ਮੇਰੇ ਪਰਮੇਸ਼ਵਰ, ਮੇਰੇ ਪਿਤਾ, ਮੇਰੇ ਖੁਦਾਬੰਦਾ। ਤੁਸੀਂ ਸਾਨੂੰ ਪਿਆਰ ਕਰਨ ਵਾਲੇ ਪਰਮੇਸ਼ਵਰ ਆ ਮੇਰੇ ਖੁਦਾਬੰਦ। ਤੁਸੀਂ ਆਪਣੇ ਲੋਕਾਂ ਦੇ ਉੱਪਰ ਵੱਡੀ ਕਿਰਪਾ ਕਰ ਦਿਓ ਪ੍ਰਭੂ। ਤੁਹਾਡੇ ਲੋਕ ਕਈ ਹੈ ਮੇਰੇ ਪ੍ਰਭੂ ਬਹੁਤ ਦੁਖੀ ਨੇ, ਉਹਨਾਂ ਦੇ ਉੱਪਰ ਆਪਣਾ ਸ਼ਿਫਾ ਭਰਿਆ ਹੱਥ ਵਧਾਓ ਮੇਰੇ ਪ੍ਰਭੂ, ਔਰ ਉਹਨਾਂ ਨੂੰ ਚੰਗਿਆਈ ਦਿਓ ਖੁਦਾਬੰਦ, ਔਰ ਉਹਨਾਂ ਨੂੰ ਛੁਟਕਾਰਾ ਦਿਓ ਮੇਰੇ ਪਰਮੇਸ਼ਵਰ, ਔਰ ਬੜਾਓ ਮੇਰੇ ਖੁਦਾਬੰਦ। ਕਰਜ਼ੇ ਦੇ ਬੰਧਨ ਤੋਂ ਤੁਹਾਡੇ ਲੋਕ ਆਜ਼ਾਦ ਹੋਣ ਮੇਰੇ ਪਰਮੇਸ਼ਵਰ, ਬਿਮਾਰੀ ਦੇ ਬੰਧਨ ਤੋਂ ਤੁਹਾਡੇ ਲੋਕ ਆਜ਼ਾਦ ਹੋਣ ਮੇਰੇ ਪਰਮੇਸ਼ਵਰ। ਮੇਰੀ ਪ੍ਰਾਰਥਨਾ ਆ ਖੁਦਾਬੰਦ ਕਿ ਸਮਾਂ ਆ ਪਹੁੰਚਿਆ ਆ ਮੇਰੇ ਖੁਦਾਬੰਦ ਕਿ ਤੁਹਾਡੇ ਵਚਨ ਨੂੰ ਅਸੀਂ ਹੁਣ ਸੁਣੀਏ, ਸਮਝੀਏ ਤੇ ਉਹਦੇ ਅਨੁਸਾਰ ਚੱਲੀਏ ਮੇਰੇ ਖੁਦਾਬੰਦ। ਮੇਰੀ ਬੇਨਤੀ ਆ ਕਿ ਹੁਣ ਜੋ ਸਾਡਾ ਮਦਦਗਾਰ ਆ ਬਾਈਬਲ ਦੇ ਅਨੁਸਾਰ ਪਵਿੱਤਰ ਆਤਮਾ ਸਾਡੇ ਜੀਵਨ ਦੇ ਉੱਪਰ ਆਏ, ਸਾਡੀਆਂ ਸੋਚਾਂ ਤੇ ਆਪਣਾ ਅਧਿਕਾਰ ਲਵੇ, ਸਾਡੇ ਕੰਨਾਂ ਤੇ ਸਾਡੇ ਦਿਲਾਂ ਤੇ ਆਪਣਾ ਅਧਿਕਾਰ ਲਵੇ ਮੇਰੇ ਪਰਮੇਸ਼ਵਰ। ਔਰ ਮੇਰੀ ਪ੍ਰਾਰਥਨਾ ਆ, ਮੇਰੀ ਬੇਨਤੀ ਆ ਖੁਦਾਬੰਦ, ਤੁਹਾਡਾ ਪਵਿੱਤਰ ਆਤਮਾ ਮੇਰੀ ਬੋਲਣ ਦੇ ਵਿੱਚ ਔਰ ਸਾਡੇ ਸਾਰਿਆਂ ਦੀ ਸੁਣਨ ਸਮਝਣ 'ਚ ਮਦਦ ਔਰ ਸਹਾਇਤਾ ਕਰੇ ਪ੍ਰਭੂ, ਤਾਂ ਜੋ ਵਚਨ ਦੇ ਵਿੱਚੋਂ ਜੋ ਵੀ ਅਸੀਂ ਸਿੱਖੀਏ ਖੁਦਾਵੰਦ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਵ ਲੈ ਕੇ ਆਉਣ ਦੇ ਲਾਇਕ ਬਣ ਜਾਈਏ ਮੇਰੇ ਪਰਮੇਸ਼ਵਰ। ਅਸੀਂ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ, ਔਰ ਤੁਹਾਡਾ ਪਵਿੱਤਰ ਆਤਮਾ ਅਗਵਾਈ ਕਰੇ। ਸ਼ੁਕਰਗੁਜ਼ਾਰੀ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ। ਪ੍ਰਾਰਥਨਾ ਨੂੰ ਸੁਣਿਆ, ਧੰਨਵਾਦ ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਔਰ ਜਲਾਲੀ ਨਾਮ ਦੇ ਵਿੱਚ ਹੋ ਕੇ ਮੰਗਦੇ ਹਾਂ, ਆਮੀਨ ਆਮੀਨ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ ਅੱਜ ਦੇ ਦਿਨ ਔਰ ਸਮੇਂ ਦੇ ਲਈ ਜੋ ਪਰਮੇਸ਼ਵਰ ਨੇ ਤੁਹਾਡੀ ਔਰ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ। ਮੈਂ ਬਲੀਵ ਕਰਦਾ ਹਾਂ ਕਿ ਤੁਸੀਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸੁਰੱਖਿਅਤ ਆ, ਤੰਦਰੁਸਤ ਆ ਔਰ ਪਰਮੇਸ਼ਵਰ ਦੇ ਸੱਜੇ ਹੱਥ ਦੇ ਨਾਲ ਸੰਭਾਲੇ ਗਏ ਆ। ਔਰ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਅੱਜ ਦੀ ਮੀਟਿੰਗ ਦੇ ਲਈ ਜੋ ਪਰਮੇਸ਼ਵਰ ਨੇ ਸਾਨੂੰ ਸਭਨਾਂ ਨੂੰ ਇਸ ਕਾਬਿਲ ਸਮਝਿਆ, ਇਸ ਯੋਗ ਸਮਝਿਆ ਔਰ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਅੱਜ ਦੀ ਮੀਟਿੰਗ ਨੂੰ ਜੁਆਇਨ ਕਰਨ ਦਾ ਬਲ ਦਿੱਤਾ। ਔਰ ਪਵਿੱਤਰ ਆਤਮਾ ਸਾਡੇ ਜੀਵਨਾਂ ਦੇ ਉੱਪਰ ਆਪਣਾ ਅਗਵਾਈ ਕਰੇ ਔਰ ਵਚਨ ਦੇ ਭੇਦਾਂ ਨੂੰ ਜ਼ਾਹਿਰ ਕਰੇ ਔਰ ਸਾਨੂੰ ਸਮਝਣ ਦਾ ਬਲ ਬਖਸ਼ੇ, ਕਿਉਂਕਿ ਜਿੱਦਾਂ ਪੌਲ ਆਖਦਾ ਆ
ਕਿ ਖੁਦਾਵੰਦ ਦੇ ਦਿੱਤੇ ਬਲ ਦੇ ਨਾਲ ਮੈਂ ਸਭ ਕੁਝ ਕਰ ਸਕਦਾ ਹਾਂ। ਉਹਦੇ ਦਿੱਤੇ ਬਲ ਦੇ ਨਾਲ ਹੀ ਅਸੀਂ ਵਚਨ ਨੂੰ ਪੂਰਾ ਕਰ ਸਕਦੇ ਹਾਂ, ਵਚਨ ਨੂੰ ਪੜ੍ਹ ਸਕਦੇ ਹਾਂ, ਵਚਨ ਨੂੰ ਸੁਣ ਸਕਦੇ ਹਾਂ ਔਰ ਇਹਦੇ ਅਨੁਸਾਰ ਆਪਣਾ ਜੀਵਨ ਚਲਾ ਸਕਦੇ ਹਾਂ। ਔਰ ਬਾਈਬਲ ਦੇ ਵਿੱਚ ਜੋ ਬਰਕਤਾਂ ਲਿਖੀਆਂ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਲੈ ਕੇ ਆ ਸਕਦੇ ਹਾਂ। ਬੋਲੋ ਆਮੀਨ, ਹਾਲੇਲੂਇਆ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਔਰ ਮੈਂ ਬਲੀਵ ਕਰਦਾ ਹਾਂ ਕਿ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਆ। ਬਾਈਬਲ ਇੱਦਾਂ ਕਹਿੰਦਾ ਆ। ਅਤੇ ਹੁਣ ਅਸੀਂ ਬੜੇ ਅਦਬ ਦੇ ਨਾਲ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਬੈਠੇ ਰਹੀਏ ਔਰ ਆਪਣੀ ਆਤਮਾ ਦੇ ਆਨੰਦ ਨੂੰ ਬਰਕਰਾਰ ਰੱਖੀਏ। ਔਰ ਖੁਦਾਵੰਦ ਦੇ ਵਚਨ ਦੇ ਵਿੱਚੋਂ ਅੱਜ ਅਸੀਂ ਕੁਝ ਗੱਲਾਂ ਸਿੱਖਣੀਆਂ ਆ ਔਰ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨਗੀਆਂ। ਮੈਂ ਇਹ ਬਲੀਵ ਕਰਦਾ ਹਾਂ ਕੁਛ ਨਾ ਕੁਛ ਦਾ ਬਦਲਾਵ ਕਰਨਗੀਆਂ, ਕੁਛ ਨਾ ਕੁਛ ਜ਼ੋਰ ਬਖਸ਼ਣਗੀਆਂ, ਕੁਛ ਨਾ ਕੁਛ ਤੁਹਾਨੂੰ ਤਾਕਤ ਦੇਣਗੀਆਂ ਜਿਹਦੇ ਦੁਆਰਾ ਅਸੀਂ ਖੁਦਾਵੰਦ ਦੇ ਸਾਹਮਣੇ ਜਾ ਸਕੀਏ, ਇੱਕ ਅੱਛੇ ਪੁੱਤਰ ਔਰ ਧੀਆਂ ਬਣ ਸਕੀਏ। ਬੋਲੋ ਹਾਲੇਲੂਇਆ। ਔਰ ਮੈਂ ਤੁਹਾਨੂੰ ਖੁਦਾਵੰਦ ਦੇ ਵਚਨ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ। ਮੇਰੇ ਨਾਲ ਤੁਸੀਂ ਓਪਨ ਕਰੋ ਆਪਣਾ ਬਾਈਬਲ, ਯਹੋਨਾ ਦਾ ਅੰਜੀਲ ਉਹਦਾ 15 ਨੰਬਰ ਅਧਿਆਇ। ਅੱਜ ਦੇ ਵਚਨ ਦਾ ਟਾਈਟਲ ਆ ਪਾਪ ਦੇ ਲਈ ਕੋਈ ਬਹਾਨਾ ਨਹੀਂ ਆ, ਕੋਈ ਐਕਸਕਿਊਜ਼ ਨਹੀਂ ਆ। ਬਾਈਬਲ ਜੋ ਸਾਨੂੰ ਕੰਮ ਕਰਨ ਦੇ ਲਈ ਮਨਾ ਕਰਦਾ ਆ, ਅਗਰ ਅਸੀਂ ਉਹ ਮਜਬੂਰੀ ਦੇ ਵਿੱਚ ਕਰਦੇ ਆ ਆਪਣੇ ਮਨ ਨੂੰ ਦਿਲਾਸਾ ਦੇਣ ਦੇ ਲਈ ਕਿ ਅਗਰ ਮੈਂ ਇੱਦਾਂ ਨਾ ਕਰਾਂਗੀ ਜਾਂ ਇੱਦਾਂ ਨਾ ਕਰਾਂਗਾ ਤੇ ਮੇਰਾ ਪਰਿਵਾਰ ਨਹੀਂ ਚੱਲੇਗਾ ਜਾਂ ਮੇਰਾ ਘਰ ਨਹੀਂ ਚੱਲੇਗਾ ਜਾਂ ਮੈਨੂੰ ਆਹ ਦਿੱਕਤਾਂ ਆ ਸਕਦੀਆਂ ਆ, ਤੇ ਫਿਰ ਤੁਸੀਂ ਇਹਨਾਂ ਪ੍ਰੋਬਲਮਸ ਨੂੰ ਅੱਗੇ ਰੱਖ ਕੇ ਜਦੋਂ ਤੁਸੀਂ ਵਚਨ ਨੂੰ ਤੋੜਦੇ ਆ, ਮਤਲਬ ਕਿ ਪਾਪ ਕਰਦੇ ਆ, ਤੇ ਫਿਰ ਤੁਸੀਂ ਉਹ ਆਪਣੇ ਉਸੇ ਪ੍ਰੋਬਲਮ ਨੂੰ ਜਾਂ ਮਜਬੂਰੀ ਨੂੰ ਅੱਗੇ ਰੱਖਦੇ ਆ। ਤੇ ਬਾਈਬਲ ਆਖਦਾ ਆ ਕਿ ਪਾਪ ਦੇ ਪ੍ਰਤੀ ਕੋਈ ਵੀ ਬਹਾਨਾ ਨਹੀਂ ਚੱਲੇਗਾ ਜਦੋਂ ਤੁਸੀਂ ਨਿਆਂ ਵਾਲੀ ਲਾਈਨ ਦੇ ਵਿੱਚ ਲੱਗੇ ਹੋਵੋਗੇ। ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਮੇਰੇ ਬੱਚੇ ਭੁੱਖੇ ਸੀਗੇ ਤਾਂ ਮੈਨੂੰ ਠੱਗੀ ਮਾਰਨੀ ਪਈ, ਜਾਂ ਮੈਨੂੰ ਝੂਠ ਬੋਲ ਕੇ ਪੈਸਾ ਕਮਾਉਣਾ ਪਿਆ, ਜਾਂ ਮੈਨੂੰ ਇਸ ਪ੍ਰੋਬਲਮ ਦੇ ਵਿੱਚ ਜਾਂ ਇਸ ਦਿੱਕਤ ਦੇ ਵਿੱਚ ਮੈਨੂੰ ਝੂਠ ਬੋਲ ਕੇ ਜਾਂ ਕਿਸੇ ਦੇ ਨਾਲ ਹਿੱਸੇਦਾਰੀ ਪਾਉਣੀ ਪਈ ਜਾਂ ਹਿੱਸਾ ਲੈਣਾ ਪਿਆ ਕਿ ਮੇਰੇ ਬੱਚੇ ਭੁੱਖੇ ਸੀਗੇ ਜਾਂ ਮੇਰੇ ਘਰ ਦੇ ਖਰਚੇ ਨਹੀਂ ਪੂਰੇ ਹੋ ਰਹੇ ਸੀਗੇ, ਜਾਂ ਜੋ ਕੁਛ ਵੀ ਆ ਜੋ ਅੱਜ ਦਾ ਇਨਸਾਨ ਕਰਦਾ ਹੈ। ਅੱਜ ਅਸੀਂ ਪਾਸਟਰ ਨੂੰ ਬਹਾਨਾ ਲਗਾ ਸਕਦੇ ਹਾਂ ਦੁਆ ਨਾ ਕਰਨ ਦਾ, ਬਾਈਬਲ ਨਾ ਪੜ੍ਹਨ ਦਾ, ਚਰਚ ਨਾ ਆਉਣ ਦਾ, ਪਰ ਤੁਸੀਂ ਨਿਆਂ ਵਾਲੀ ਲਾਈਨ ਦੇ ਵਿੱਚ ਜਿਸ ਦਿਨ ਲੱਗੇ ਹੋਣਾ ਨਾ, ਉਸ ਦਿਨ ਕੋਈ ਵੀ ਬਹਾਨਾ ਨਹੀਂ ਚੱਲੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਔਰ ਸਿਖਾਉਣਾ ਚਾਹੁੰਦਾ ਹਾਂ। ਇਸ ਲਈ ਜਦੋਂ ਤੁਸੀਂ ਖੁਦਾਵੰਦ ਦੇ ਕੋਲੋਂ ਬਰਕਤ ਲੈਣੀ ਆ, ਜਦੋਂ ਖੁਦਾਵੰਦ ਦੇ ਸਾਹਮਣੇ ਜਾਣਾ ਆ, ਖੁਦਾਵੰਦ ਦੀ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਅੱਛੇ ਪੁੱਤਰ ਧੀਆਂ ਬਣਾਉਣਾ ਆ, ਤੇ ਤੁਹਾਨੂੰ ਫਿਰ ਵਚਨ ਦੇ ਅਨੁਸਾਰ ਜੀਵਨ ਆਪਣਾ ਚਲਾਉਣਾ ਪੈਣਾ ਆ ਔਰ ਜਿੱਦਾਂ ਬਾਈਬਲ ਸਾਨੂੰ ਕਹਿੰਦਾ ਉੱਦਾਂ ਚੱਲਣਾ ਪੈਣਾ ਆ। ਅਗਰ ਨਹੀਂ ਚੱਲਾਂਗੇ ਤਾਂ ਫਿਰ ਅਸੀਂ ਉਸ ਦਿਨ ਕੀ ਬਹਾਨਾ ਲਗਾਵਾਂਗੇ ਖੁਦਾ ਨੂੰ। ਅੱਜ ਤੁਸੀਂ ਬਹਾਨਾ ਲਗਾ ਸਕਦੇ ਆ ਆਪਣੇ ਮਾਤਾ ਪਿਤਾ ਨੂੰ, ਆਪਣੇ ਆਤਮਿਕ ਭੈਣ ਭਰਾਵਾਂ ਨੂੰ ਪ੍ਰੇਰ ਤੇ ਨਾ ਆਉਣ ਦਾ ਕਿ ਰਿਸ਼ਤੇਦਾਰ ਆ ਗਏ ਆ ਜਾਂ ਰਿਸ਼ਤੇਦਾਰਾਂ ਕੇ ਚਲੇ ਗਏ ਆ, ਕੋਈ ਦਿੱਕਤ ਨਹੀਂ ਆ। ਪਰ ਜਿਹੜਾ ਤੁਹਾਡਾ ਲਾਸ ਹੋਇਆ ਆ ਕਿ ਤੁਸੀਂ ਪ੍ਰਾਰਥਨਾ ਦੇ ਦੌਰਾਨ ਜੋ ਹਾਸਿਲ ਕਰਨਾ ਸੀ ਖੁਦਾ ਦੇ ਕੋਲੋਂ ਜਾਂ ਖੁਦਾ ਨੇ ਉਸ ਦਿਨ ਦੇਣਾ ਸੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਈ ਵਾਰ ਸ਼ੈਤਾਨ ਇਨਸਾਨ ਨੂੰ ਗੁੰਮਰਾਹ ਕਰ ਦਿੰਦਾ ਆ ਉਸ ਪੂਰੇ ਪੀਕ ਪੁਆਇੰਟ ਦੇ ਉੱਪਰ ਆ ਕੇ ਜਿਸ ਦਿਨ ਬਰਕਤ ਮਿਲਣੀ ਹੁੰਦੀ। ਫੋਰ ਐਗਜ਼ਾਮਪਲ ਤੁਸੀਂ 15 ਦਿਨ ਲਗਾਤਾਰ ਪ੍ਰਾਰਥਨਾ ਦੇ ਵਿੱਚ ਆ, ਤੁਸੀਂ 15 ਦਿਨ ਔਰ 16ਵੇਂ ਦਿਨ ਤੁਹਾਨੂੰ ਬਰਕਤ ਮਿਲਣੀ ਆ ਔਰ ਉਹਨੇ 16ਵੇਂ ਦਿਨ ਹੀ ਤੁਹਾਨੂੰ ਉਲਝਣ ਦੇ ਵਿੱਚ ਪਾ ਦੇਣਾ ਆ ਕਿ ਤੁਸੀਂ ਪ੍ਰਾਰਥਨਾ ਦੇ ਵਿੱਚ ਨਾ ਬੈਠੋ। ਇਸ ਲਈ ਪ੍ਰਾਰਥਨਾ ਮਿਸ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ, ਚਰਚ ਮਿਸ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਕਿ ਅੱਜ ਦੇ ਦਿਨ ਹੀ ਮੈਨੂੰ ਬਰਕਤ ਮਿਲਣੀ ਆ, ਅੱਜ ਦੇ ਦਿਨ ਹੀ ਪਰਮੇਸ਼ਵਰ ਨੇ ਮੈਨੂੰ ਕੁਝ ਆਸ਼ੀਸ਼ ਦੇਣੀ ਆ, ਤਾਂ ਹੀ ਰੁਕਾਵਟਾਂ ਪੈ ਰਹੀਆਂ, ਤਾਂ ਹੀ ਮੇਰੇ ਚਰਚ ਜਾਣ ਦੇ ਵਿੱਚ ਰੁਕਾਵਟ ਆ, ਤਾਂ ਹੀ ਮੇਰੇ ਪ੍ਰੇਅਰ ਕਰਨ ਦੇ ਵਿੱਚ ਰੁਕਾਵਟ ਆ, ਤਾਂ ਹੀ ਮੇਰੇ ਬਾਈਬਲ ਪੜ੍ਹਨ ਦੇ ਵਿੱਚ ਰੁਕਾਵਟ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਸ ਦਿਨ ਬਹਾਨਾ ਨਹੀਂ ਚੱਲੇਗਾ ਕੋਈ ਵੀ। ਜੇ ਤੁਸੀਂ ਆਪਣੇ ਬੱਚਿਆਂ ਦਾ ਬਹਾਨਾ ਲਗਾ ਰਹੇ ਆ ਜਾਂ ਬੱਚੇ ਮਾਂ-ਬਾਪ ਦਾ ਬਹਾਨਾ ਲਗਾ ਰਹੇ ਆ ਜਾਂ ਜੌਬ ਦਾ ਬਹਾਨਾ ਆ ਜਾਂ ਪੈਸੇ ਦੀ ਤੰਗੀ ਆ ਜਾਂ ਕੁਝ ਵੀ ਲਗਾ ਲਓ, ਤੁਸੀਂ ਧਰਤੀ ਦੇ ਉੱਪਰ ਰਹਿੰਦੇ ਆ ਤੁਹਾਨੂੰ ਸ਼ਾਇਦ ਕੋਈ ਦਿੱਕਤ ਮਹਿਸੂਸ ਨਾ ਹੋਵੇ, ਪਰ ਜਦੋਂ ਤੁਸੀਂ ਲਾਈਨ ਦੇ ਵਿੱਚ ਲੱਗੇ ਹੋਣਾ ਪਰ ਉਦੋਂ ਤੁਹਾਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਬਾਈਬਲ ਦੇ ਵਿੱਚ ਲਿਖ ਦਿੱਤਾ ਗਿਆ, ਮੈਂ ਤੁਹਾਨੂੰ ਪੜ੍ਹਾਵਾਂਗਾ। ਯਿਸੂ ਮਸੀਹ ਨੇ ਜਦੋਂ
ਫਰੀਸੀਆਂ ਤੇ ਗ੍ਰੰਥੀਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਆ ਕੇ। ਹੋ ਸਕਦਾ ਕਿ ਅਗਰ ਯਿਸੂ ਮਸੀਹ ਉਹਨਾਂ ਦੇ ਨਾਲ ਜੇਕਰ ਗੱਲ ਨਾ ਕਰਦੇ ਤਾਂ ਉਹ ਬਚਾਏ ਜਾਂਦੇ, ਨਾ ਉਹਨਾਂ ਦੇ ਲੇਖੇ ਪਾਪ ਲਿਖ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿੱਦਾਂ ਚੱਲਣਾ ਆ, ਕਿੱਦਾਂ ਕਰਨਾ ਆ। ਪਰ ਯਿਸੂ ਮਸੀਹ ਕਹਿੰਦੇ ਹੁਣ ਮੈਂ ਆ ਗਿਆ, ਤੁਹਾਡੇ ਨਾਲ ਜੋ ਮੈਂ ਗੱਲਾਂ ਕੀਤੀਆਂ ਹੁਣ ਤੁਸੀਂ ਬਚ ਨਹੀਂ ਸਕਦੇ, ਹੁਣ ਤੁਸੀਂ ਮੁੱਕਰ ਨਹੀਂ ਸਕਦੇ, ਹੁਣ ਤੁਸੀਂ ਪਾਪ ਦੇ ਲਈ ਕੋਈ ਬਹਾਨਾ ਨਹੀਂ ਲਗਾ ਸਕਦੇ। ਹਾਂ, ਅਗਰ ਮੈਂ ਨਾ ਆਇਆ ਹੁੰਦਾ ਫਿਰ ਗੱਲ ਅਲੱਗ ਸੀ, ਪਰ ਹੁਣ ਮੈਂ ਆਇਆ, ਤੁਹਾਡੇ ਨਾਲ ਗੱਲਾਂ ਕੀਤੀਆਂ। ਮਤਲਬ ਕਹਿਣ ਦਾ ਭਾਵ ਆ ਕਿ ਹੁਣ ਬਾਈਬਲ ਤੁਹਾਡੇ ਹੱਥਾਂ ਦੇ ਵਿੱਚ ਆ, ਤੁਹਾਡੇ ਘਰਾਂ ਦੇ ਵਿੱਚ ਆ, ਤੁਸੀਂ ਕੋਈ ਵੀ ਬਹਾਨਾ ਲਗਾ ਕੇ ਬਚ ਨਹੀਂ ਸਕਦੇ ਆ। ਯਾਦ ਰੱਖਣਾ, ਅਗਰ ਬਾਈਬਲ ਸ਼ਰਾਪ ਦੇਣ ਦੇ ਲਈ ਕਹਿੰਦਾ ਆ, ਅਣਆਗਿਆਕਾਰੀ ਦੇ ਲਈ, ਤੁਸੀਂ ਬਚ ਨਹੀਂ ਸਕਦੇ ਆ ਸ਼ਰਾਪ ਲੈਣ ਤੋਂ ਜਾਂ ਸ਼ਰਾਪ ਤੁਹਾਡੇ ਜੀਵਨ ਦੇ ਉੱਪਰ ਆਉਣ ਤੋਂ। ਜੇ ਬਰਕਤ ਦੇਣ ਦੇ ਲਈ ਬਾਈਬਲ ਕਹਿੰਦਾ ਆ, ਤੇ ਅਗਰ ਤੁਸੀਂ ਆਗਿਆਕਾਰੀ ਦੇ ਵਿੱਚ ਆ ਤੇ ਤੁਹਾਨੂੰ ਬਰਕਤ ਲੈਣ ਤੋਂ ਵੀ ਕੋਈ ਰੋਕ ਨਹੀਂ ਸਕਦਾ। ਬੋਲੋ ਹਾਲੇਲੂਇਆ। ਕਿਉਂਕਿ ਇਹ ਬਾਈਬਲ ਤੁਹਾਡੇ ਸਾਹਮਣੇ ਆ, ਤੁਸੀਂ ਉਹਨੂੰ ਪੜ੍ਹ ਚੁੱਕੇ ਆ ਜਾਂ ਤੁਸੀਂ ਉਹਨੂੰ ਪੜ੍ਹਦੇ ਪਏ ਆ। ਤੁਸੀਂ ਮੁੱਕਰ ਨਹੀਂ ਸਕਦੇ, ਕੋਈ ਬਹਾਨਾ ਨਹੀਂ ਲਗਾ ਸਕਦੇ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਚੋਰੀ ਕਰਨਾ ਪਾਪ ਆ, ਮੈਨੂੰ ਪਤਾ ਨਹੀਂ ਸੀਗਾ ਕਿ ਗਾਲਾਂ ਕੱਢਣਾ ਪਾਪ ਆ, ਮੈਨੂੰ ਪਤਾ ਨਹੀਂ ਸੀਗਾ ਕਿ ਗੁੱਸੇ ਨੂੰ ਕੰਟਰੋਲ ਦੇ ਵਿੱਚ ਵੀ ਕਰਨਾ ਆ, ਗੁੱਸੇ ਦੇ ਵਿੱਚ ਪਾਪ ਨਹੀਂ ਕਰਨਾ ਆ, ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ ਆ, ਚੁਗਲੀ ਨਹੀਂ ਕਰਨੀ। ਤੁਸੀਂ ਮਨਾ ਨਹੀਂ ਕਰ ਸਕਦੇ, ਤੁਸੀਂ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ, ਕਿਉਂਕਿ ਵਚਨ ਤੁਹਾਡੇ ਸਾਹਮਣੇ ਆ, ਤੁਸੀਂ ਵਚਨ ਨੂੰ ਸੁਣਿਆ ਆ, ਤੁਸੀਂ ਵਚਨ ਨੂੰ ਪੜ੍ਹਿਆ ਆ, ਤੁਸੀਂ ਪ੍ਰਾਰਥਨਾ ਦੇ ਵਿੱਚ ਪਵਿੱਤਰ ਆਤਮਾ ਤੋਂ ਸਿੱਖਿਆ ਆ। ਬਥੇਰੇ ਲੋਕ ਇਸ ਤਰ੍ਹਾਂ ਦੇ ਦੇਖੇ ਨੇ ਮੈਂ, ਜਿਹੜੇ ਪਵਿੱਤਰ ਆਤਮਾ ਪਾਏ ਹੋਏ ਬਹੁਤ ਅੱਛੀ ਰੀਤੀ ਦੇ ਨਾਲ ਚੱਲਦੇ ਆ, ਪਰ ਗੁੱਸਾ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਆ। ਇਹੀ ਕਾਰਨ ਆ ਜਿਹਦੇ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਫਲ ਨਹੀਂ ਆ, ਉਹ ਫਲਵੰਤ ਨਹੀਂ ਆ। ਗੁੱਸਾ ਜਿਹੜਾ ਉਹਨਾਂ ਦਾ ਕੰਟਰੋਲ ਦੇ ਵਿੱਚ ਨਹੀਂ ਆ। ਉਹਨਾਂ ਨੂੰ ਪਤਾ ਨਹੀਂ ਆ ਕਿ ਸ਼ੈਤਾਨ ਮੇਰੇ ਜੀਵਨ ਤੋਂ ਕੀ ਚੁਰਾ ਰਿਹਾ ਔਰ ਕਿੱਦਾਂ ਚੁਰਾ ਰਿਹਾ ਹੈ। ਹਾਲੇਲੂਇਆ। ਹਾਂ, ਅਗਰ ਤੁਹਾਨੂੰ ਨਾ ਪਤਾ ਹੋਵੇ ਫਿਰ ਜਿੰਨਾ ਮਰਜ਼ੀ ਗੁੱਸਾ ਕਰੋ, ਕੋਈ ਦਿੱਕਤ ਨਹੀਂ ਆ, ਕੋਈ ਪ੍ਰੋਬਲਮ ਨਹੀਂ ਆਣੀ ਆ। ਪਰ ਤੁਹਾਨੂੰ ਪਤਾ ਆ ਕਿ ਇਹ ਬਾਈਬਲ ਏਦਾਂ ਕਰਨ ਤੋਂ ਮਨਾ ਕਰਦਾ, ਪਰ ਫਿਰ ਵੀ ਤੁਸੀਂ ਕਰਦੇ ਆ, ਤੇ ਬਾਈਬਲ ਕਹਿੰਦਾ ਤੇ ਦੰਡ ਦਾ ਹੱਕਦਾਰ ਆ, ਫਿਰ ਉਹ ਸਜ਼ਾ ਦਾ ਹੱਕਦਾਰ, ਉਹਦੇ ਨਿਮਿਤ ਕੋਈ ਮਾਫੀ ਨਹੀਂ ਆ। ਜਦੋਂ ਤੁਹਾਨੂੰ ਪਤਾ ਲੱਗ ਗਿਆ, ਯਿਸੂ ਮਸੀਹ ਨੇ ਉਹਨਾਂ ਨੂੰ ਦੱਸ ਦਿੱਤਾ, ਗ੍ਰੰਥੀਆਂ ਤੇ ਫਰੀਸੀਆਂ ਨੂੰ, ਇਸੇ ਲਈ ਵਰਖਲਾਫ ਹੋ ਗਏ ਉਹ, ਕਿ ਯਿਸੂ ਮਸੀਹ ਸੱਚਾਈ ਦੇ ਨਾਲ ਚੱਲੇ। ਜਦੋਂ ਬਾਈਬਲ ਦੇ ਵਿੱਚ ਪੜ੍ਹਦੇ ਆ ਤੁਹਾਨੂੰ ਫਿਰ ਪਤਾ ਲੱਗਣਾ ਹੈ। ਮੇਰੇ ਨਾਲ ਜਦੋਂ ਤੁਸੀਂ ਯਹੋਨਾ ਦਾ ਅੰਜੀਲ ਉਹਦਾ 15 ਨੰਬਰ ਅਧਿਆਇ ਔਰ ਉਹਦਾ 22 ਨੰਬਰ ਪੰਕਤੀ ਨੂੰ ਜਦੋਂ ਅਸੀਂ ਪੜ੍ਹਦੇ ਆ, ਉਹਦੇ ਵਿੱਚ ਏਦਾਂ ਕਰਕੇ ਲਿਖਿਆ ਆ, ਸੁਣਨਾ ਬੜੇ ਧਿਆਨ ਦੇ ਨਾਲ। ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਨੇ। ਕਹਿੰਦੇ ਜੇ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ। ਹਾਲੇਲੂਇਆ। ਫਿਰ ਉਹ ਜਿੱਦਾਂ ਚੱਲਦੇ ਸੀਗੇ ਮੂਸਾ ਦੀ ਸ਼ਰ੍ਹਾ ਦੇ ਨਾਲ, ਮੂਸਾ ਦੀਆਂ ਆਗਿਆਵਾਂ ਦੇ ਨਾਲ, ਉੱਦਾਂ ਹੀ ਉਹਨਾਂ ਨੇ ਚੱਲੀ ਜਾਣਾ ਸੀਗਾ। ਕੋਈ ਦਿੱਕਤ ਨਹੀਂ ਆਣੀ ਸੀ, ਉਹਨਾਂ ਦਾ ਪਾਪ ਨਹੀਂ ਗਿਣਿਆ ਜਾਣਾ ਸੀਗਾ, ਜਿੱਦਾਂ ਵੀ ਉਹ ਚੱਲਦੇ ਪਏ ਸੀਗੇ। ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਸ਼ਬਦ ਆ, ਕਹਿੰਦੇ ਜੇ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਤੇ ਉਹਨਾਂ ਦਾ ਪਾਪ ਨਾ ਹੁੰਦਾ। ਪਰ ਕਹਿੰਦੇ ਹੁਣ ਮੈਂ ਆ ਗਿਆ, ਉਹਨਾਂ ਦੇ ਨਾਲ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਮੈਂ ਦੱਸ ਦਿੱਤਾ ਆ, ਉਹਨਾਂ ਨੂੰ ਮੈਂ ਦੱਸ ਦਿੱਤਾ ਆ ਕਿ ਹੁਣ ਜ਼ਿੰਦਗੀ ਜਿਉਣੀ ਕਿੱਦਾਂ ਆ। ਮੋਸਿਸ ਦੇ ਟਾਈਮ ਤੇ ਸੀਗਾ ਕਿ ਅਗਰ ਕੋਈ ਤੁਹਾਡੀ ਅੱਖ ਕੱਢਦਾ ਤੇ ਜਿਹਦੀ ਅੱਖ ਕੱਢੀ ਉਹ ਵੀ ਬਦਲੇ ਦੇ ਵਿੱਚ ਉਹਦੀ ਅੱਖ ਕੱਢੇਗਾ। ਪਰ ਕਹਿੰਦੇ ਮੈਂ ਤੁਹਾਨੂੰ ਦੱਸਦਾ ਆ, ਮੈਂ ਤੁਹਾਨੂੰ ਨਵੀਂ ਆਗਿਆ ਦਿੰਦਾ ਕਿ ਮਾਫ ਕਰਨਾ ਸਿੱਖੋ। ਕਹਿੰਦੇ ਅਗਰ ਕੋਈ ਫਿਜ਼ੀਕਲੀ ਤੌਰ ਤੇ ਪਾਪ ਕਰਦਾ ਸੀਗਾ ਤੇ ਉਹ ਫਿਰ ਪਾਪ ਸੀਗਾ, ਪਰ ਕਹਿੰਦੇ ਮੈਂ ਤੁਹਾਨੂੰ ਦੱਸਦਾ ਕਿ ਅਗਰ ਕੋਈ ਬੁਰੀ ਨਜ਼ਰ ਦੇ ਨਾਲ ਵੀ, ਇਮੈਜੀਨੇਸ਼ਨ ਦੇ ਵਿੱਚ ਵੀ ਆ ਜਾਂਦਾ ਆ ਤੇ ਸੇਮ ਪਾਪ ਆ। ਕਹਿੰਦੇ ਮੈਂ ਆ ਗਿਆ ਆ, ਤੁਹਾਡੇ ਨਾਲ ਗੱਲਾਂ ਕਰ ਲਈਆਂ ਆ ਤੇ ਹੁਣ ਤੁਹਾਡਾ ਪਾਪ ਆ। ਫਿਰ ਅਗਰ ਫਿਰ ਵੀ ਨਾ ਤੁਸੀਂ ਸੁਧਰੇ, ਫਿਰ ਵੀ ਨਾ ਤੁਸੀਂ ਆਪਣੀਆਂ ਆਦਤਾਂ ਨੂੰ ਬਦਲਿਆ, ਹਾਂ ਕਹਿੰਦੇ ਮੈਂ ਨਾ ਆਉਂਦਾ ਤੇ ਨਾ ਗੱਲਾਂ ਕਰਦਾ ਤੇ ਸ਼ਾਇਦ ਤੁਹਾਡਾ ਪਾਪ ਨਾ ਹੁੰਦਾ। ਪਰ ਕਹਿੰਦੇ ਹੁਣ ਮੈਂ ਆ ਗਿਆ ਆ, ਸਮਝਾ ਦਿੱਤਾ ਆ, ਦੱਸ ਦਿੱਤਾ ਆ, ਗਾਈਡ ਕਰ ਦਿੱਤਾ ਆ ਵੀ ਹੁਣ ਏਦਾਂ ਨਹੀਂ ਏਦਾਂ ਚੱਲਣਾ ਆ। ਪਰ ਫਿਰ ਵੀ ਹੁਣ ਤੁਸੀਂ ਪੁਰਾਣੇ ਵਹਿਮਾਂ ਦੇ ਨਾਲ ਚੱਲੋਗੇ, ਪੁਰਾਣੀ ਰੀਤੀ ਦੇ ਨਾਲ ਚੱਲੋਗੇ, ਪੁਰਾਣੀ ਇਨਸਾਨੀਅਤ ਦੇ ਨਾਲ ਚੱਲੋਗੇ, ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਚੱਲੋਗੇ, ਤਾਂ ਫਿਰ ਤੁਹਾਨੂੰ ਪਾਪ ਤੋਂ ਛੁਡਾ ਨਹੀਂ ਸਕਦਾ ਕੋਈ, ਸ਼ਰਾਬ ਤੋਂ ਛੁਡਾ ਨਹੀਂ ਸਕਦਾ ਔਰ ਨਰਕ ਜਾਣ ਤੋਂ ਤੁਹਾਨੂੰ ਕੋਈ ਛੁਡਾ ਨਹੀਂ ਸਕਦਾ। ਫਿਰ ਦੇਖੋ ਬਾਈਬਲ ਦੇ ਵਿੱਚ ਕਿੱਦਾਂ ਲਿਖਿਆ, ਕਹਿੰਦੇ ਜੇ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ। ਪਰ ਹੁਣ ਉਹਨਾਂ ਦੇ ਕੋਲ ਉਹਨਾਂ ਦੇ ਪਾਪ ਦਾ ਕੋਈ ਪੱਜ ਨਹੀਂ ਆ, ਮਤਲਬ ਉਹਨਾਂ ਦੇ ਕੋਲ ਉਹਨਾਂ ਦੇ ਪਾਪ ਦਾ ਕੋਈ ਬਹਾਨਾ ਨਹੀਂ ਆ।
ਕਹਿੰਦੇ ਮੈਂ ਦੱਸ ਚੁੱਕਾ ਯਿਸੂ ਮਸੀਹ ਕਹਿੰਦੇ ਆ ਕੇ ਉਹਨਾਂ ਨੂੰ। ਅੱਜ ਤੁਹਾਨੂੰ ਵੀ ਦੱਸ ਚੁੱਕਾ ਯਿਸੂ ਮਸੀਹ। ਬਾਈਬਲ ਦੇ ਵਿੱਚ ਦਰਜ ਹੋ ਗਈਆਂ ਗੱਲਾਂ ਕਿ ਇਨਸਾਨ ਨੇ ਉੱਠਣਾ ਕਿੱਦਾਂ ਆ, ਬੈਠਣਾ ਕਿੱਦਾਂ ਆ, ਲੇਟਣਾ ਕਿੱਦਾਂ ਆ, ਆਫਿਸ ਕਿੱਦਾਂ ਜਾਣਾ ਆ, ਕੰਮ ਤੇ ਕਿੱਦਾਂ ਆਉਣਾ ਜਾਣਾ, ਜਦੋਂ ਕਿਸੇ ਦੇ ਘਰ ਗਏ ਆ ਉਦੋਂ ਖਾਣਾ ਕਿੱਦਾਂ ਆ, ਬੈਠਣਾ ਕਿੱਦਾਂ ਆ, ਜਦੋਂ ਕੋਈ ਤੁਹਾਡੇ ਘਰ ਆਇਆ ਆ ਉਦੋਂ ਪ੍ਰਾਹੁਣਚਾਰੀ ਕਿੱਦਾਂ ਕਰਨੀ ਆ। ਹਰ ਇੱਕ ਗੱਲ ਯਿਸੂ ਮਸੀਹ ਨੇ ਇਸ ਬਾਈਬਲ ਦੇ ਵਿੱਚ ਦਰਜ ਕਰ ਦਿੱਤੀ ਆ ਤੁਹਾਡੇ ਮੇਰੇ ਲਈ। ਔਰ ਜਦ ਤੱਕ ਤਾਂ ਨਹੀਂ ਪਤਾ ਤਦ ਤੱਕ ਤਾਂ ਤੁਸੀਂ ਜੋ ਕਰ ਰਹੇ ਆ ਠੀਕ ਹੈ, ਕੋਈ ਦਿੱਕਤ ਨਹੀਂ ਹੈ। ਪਰ ਜਦੋਂ ਪਤਾ ਲੱਗ ਗਿਆ, ਚਾਹੇ ਪ੍ਰਚਾਰ ਸੁਣਨ ਦੇ ਦੁਆਰਾ, ਤੇ ਚਾਹੇ ਬਾਈਬਲ ਪੜ੍ਹਨ ਦੇ ਦੁਆਰਾ, ਤੇ ਚਾਹੇ ਕਿਸੇ ਦੇ ਜੀਵਨ ਨੂੰ ਦੇਖਣ ਦੇ ਦੁਆਰਾ, ਤੇ ਜਦੋਂ ਪਤਾ ਲੱਗ ਗਿਆ ਔਰ ਪਤਾ ਲੱਗਣ ਤੋਂ ਬਾਅਦ ਵੀ ਅਸੀਂ ਸੁਧਰੇ ਨਹੀਂ, ਪਤਾ ਲੱਗਣ ਤੋਂ ਬਾਅਦ ਵੀ ਅਸੀਂ ਆਪਣੀਆਂ ਆਦਤਾਂ ਦੇ ਵਿੱਚ ਬਦਲਾਵ ਨਹੀਂ ਲੈ ਕੇ ਆਂਦਾ, ਪਤਾ ਲੱਗਣ ਤੋਂ ਬਾਅਦ ਵੀ ਅਗਰ ਅਸੀਂ ਆਪਣੇ ਜੀਵਨ ਨੂੰ ਚੇਂਜ ਨਹੀਂ ਕੀਤਾ ਜਾਂ ਸਰੈਂਡਰ ਨਹੀਂ ਕੀਤਾ, ਤੇ ਫਿਰ ਕਹਿੰਦੇ ਕੋਈ ਬਹਾਨਾ ਨਹੀਂ ਚੱਲੇਗਾ। ਫਿਰ ਯਿਸੂ ਮਸੀਹ ਕਹਿੰਦੇ ਕੋਈ ਵੀ ਬਹਾਨਾ ਨਹੀਂ ਚੱਲੇਗਾ। ਹਾਂ ਕਹਿੰਦੇ ਅਗਰ ਨਾ ਪਤਾ ਹੁੰਦਾ ਫਿਰ ਸ਼ਾਇਦ ਤੁਹਾਡਾ ਬਚਾਅ ਹੋ ਜਾਂਦਾ, ਪਰ ਹੁਣ ਤੁਹਾਨੂੰ ਪਤਾ ਲੱਗ ਚੁੱਕਾ ਆ, ਤੇ ਹੁਣ ਕੋਈ ਵੀ ਐਕਸਕਿਊਜ਼ ਨਹੀਂ ਚੱਲਣਾ ਆ। ਨਾ ਤੁਸੀਂ ਜੌਬ ਦਾ ਬਹਾਨਾ ਲਗਾ ਸਕਦੇ ਆ, ਨਾ ਤੁਸੀਂ ਬੱਚਿਆਂ ਦਾ, ਨਾ ਕੋਈ ਸਟੱਡੀ ਦਾ ਬਹਾਨਾ ਲਗਾ ਸਕਦਾ ਹੈ। ਜੋ ਜ਼ਿੰਮੇਵਾਰੀ ਤੁਹਾਨੂੰ ਮਿਲੀ ਆ, ਜੋ ਡਿਊਟੀ ਤੁਹਾਨੂੰ ਮਿਲੀ ਆ, ਜੋ ਜੀਵਨ ਤੁਹਾਨੂੰ ਮਿਲਿਆ ਆ, ਔਰ ਕਿੱਦਾਂ ਜਿਉਣਾ ਆ ਤੁਹਾਨੂੰ ਦੱਸ ਦਿੱਤਾ ਗਿਆ ਆ, ਔਰ ਤੁਸੀਂ ਉਹਦੇ ਅਨੁਸਾਰ ਆਪਣਾ ਜੀਵਨ ਚਲਾਉਣਾ ਆ। ਔਰ ਬਾਈਬਲ ਇੱਕ ਥਾਂ ਤੇ ਕਹਿੰਦਾ ਅਗਰ ਤੁਸੀਂ ਪ੍ਰਭੂ ਦਾ ਕੰਮ ਕਰਨ ਦੇ ਲਈ ਨਿਕਲੇ ਆ, ਪ੍ਰਭੂ ਦੀ ਸੇਵਾ ਕਰਨ ਦੇ ਲਈ ਨਿਕਲੇ ਆ, ਤੇ ਯਾਦ ਰੱਖੋ ਤੁਹਾਨੂੰ ਦੁੱਖਾਂ ਦੇ ਵਿੱਚੋਂ ਲੰਘਣਾ ਪੈਣਾ ਆ। ਮਤਲਬ ਇਹ ਗੱਲ ਬਾਈਬਲ ਦੇ ਵਿੱਚ ਦਰਜ ਹੋ ਚੁੱਕੀ ਆ। ਤੇ ਜਦੋਂ ਅਸੀਂ ਫਿਰ ਪ੍ਰਭੂ ਦੇ ਕੰਮ ਕਰਦੇ ਆ ਜਾਂ ਚਰਚ ਆਉਂਦੇ ਆ ਜਾਂ ਪ੍ਰਾਰਥਨਾ ਕਰਦੇ ਆ, ਫਿਰ ਜਦੋਂ ਸਾਡੇ ਜੀਵਨ 'ਚ ਦੁੱਖ ਆਉਂਦੇ ਆ ਤੇ ਫਿਰ ਅਸੀਂ ਉਲਝ ਕਿਉਂ ਜਾਂਦੇ ਆ, ਫਿਰ ਅਸੀਂ ਡਿੱਗ ਕਿਉਂ ਜਾਂਦੇ, ਜਦ ਸਾਨੂੰ ਪਤਾ ਬਾਈਬਲ 'ਚ ਲਿਖਿਆ ਹੋਇਆ ਆ। ਮੈਂ ਇਸ ਗੱਲ ਦੇ ਉੱਪਰ ਵਿਚਾਰ ਕਰਦਾ ਜਦੋਂ ਪਵਿੱਤਰ ਆਤਮਾ ਨੇ ਗੱਲਾਂ ਸਿਖਾਈਆਂ, ਦੱਸਦਾ ਆ ਤੁਹਾਨੂੰ ਵੀ ਕਿ ਯਿਸੂ ਮਸੀਹ ਦੇ ਬਾਰੇ ਬਾਈਬਲ ਦੇ ਵਿੱਚ ਆਲਰੇਡੀ ਦਰਜ ਹੋ ਚੁੱਕਾ ਸੀਗਾ ਕਿ ਯਿਸੂ ਮਸੀਹ ਨੇ ਕਿੱਦਾਂ ਜਨਮ ਲੈਣਾ ਆ, ਕਿੱਦਾਂ ਵੱਡੇ ਹੋਣਾ ਆ, ਔਰ ਕਿੱਦਾਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਆ, ਔਰ ਕਿੱਦਾਂ ਸਲੀਬ ਦੇ ਉੱਪਰ ਚੜਾਏ ਜਾਣਾ ਆ, ਕਿੰਨਾ ਦੁੱਖ ਸਹਿਣਾ ਆ। ਔਰ ਇਹ ਸਾਰੀਆਂ ਗੱਲਾਂ ਯਿਸੂ ਮਸੀਹ ਦੇ ਬਾਰੇ ਵਚਨ ਦੇ ਵਿੱਚ ਲਿਖ ਦਿੱਤੀਆਂ ਗਈਆਂ ਆ। ਔਰ ਜਦੋਂ ਯਿਸੂ ਮਸੀਹ ਧਰਤੀ ਦੇ ਉੱਪਰ ਆਏ, ਕੁਵਾਰੀ ਮਰੀਮ ਤੋਂ ਪੈਦਾ ਹੋਏ, ਪਿਤਾ ਪਰਮੇਸ਼ਵਰ ਦੀ ਦਇਆ ਦੇ ਨਾਲ, ਉਹਨਾਂ ਦੀ ਮਰਜ਼ੀ ਦੇ ਦੁਆਰਾ, ਔਰ ਵੱਡੇ ਹੋਏ, ਸਿਆਣਪ ਹੋਏ, ਗਿਆਨ ਲਿਆ, ਔਰ ਉਸ ਤੋਂ ਬਾਅਦ ਜਦੋਂ ਪ੍ਰਭੂ ਦਾ ਕੰਮ ਕਰਨ ਦੇ ਲਈ ਨਿਕਲੇ, ਲੋਕਾਂ ਦੇ ਨਾਲ ਗੱਲਾਂ, ਜਿੱਦਾਂ ਅਸੀਂ ਗੱਲਾਂ ਕਰਦੇ ਐਦਾਂ ਗੱਲਾਂ ਨਹੀਂ ਕੀਤੀਆਂ ਯਿਸੂ ਮਸੀਹ ਨੇ ਜਿੱਦਾਂ ਅਸੀਂ ਲੋਕ ਕਰਦੇ ਆ। ਅਸੀਂ ਲੋਕ ਹਾਸੇ ਠੱਠੇ ਵਾਲੀਆਂ ਗੱਲਾਂ ਕਰਦੇ ਆ, ਮਜ਼ਾਕ ਵਾਲੀਆਂ ਗੱਲਾਂ ਕਰਦੇ ਆ, ਚੁਗਲੀਆਂ ਵਾਲੀਆਂ ਗੱਲਾਂ ਕਰਦੇ ਆ। ਯਿਸੂ ਮਸੀਹ ਨੇ ਜੇ ਇੱਥੇ ਗੱਲਾਂ ਦੇ ਬਾਰੇ ਲਿਖਿਆ, ਮਤਲਬ ਇਹ ਵਾਲੀਆਂ ਗੱਲਾਂ ਨਹੀਂ ਜਿਹੜੀਆਂ ਅਸੀਂ ਲੋਕ ਕਰਦੇ ਆ। ਉਹਨਾਂ ਨੇ ਸਿਰਫ ਲੋਕਾਂ ਨੂੰ ਸੁਧਾਰਨ ਵਾਲੀਆਂ ਗੱਲਾਂ ਦਸੀਆਂ ਕਿ ਉਹ ਉਲਟੇ ਚੱਲਦੇ ਪਏ ਸੀਗੇ। ਯਿਸੂ ਮਸੀਹ ਨੇ ਉਹਨਾਂ ਨੂੰ ਸਿੱਧੇ ਚੱਲਣ ਦੇ ਲਈ ਕਿਹਾ ਆ ਕਿ ਜੇ ਤੁਸੀਂ ਉਲਟੇ ਚੱਲਦੇ ਆ ਤੇ ਇਹਦਾ ਰਿਜ਼ਲਟ ਨਰਕ ਆ, ਇਹਦਾ ਰਿਜ਼ਲਟ ਦੁੱਖ ਆ, ਇਹਦਾ ਰਿਜ਼ਲਟ ਤੰਗੀ, ਇਹਦਾ ਰਿਜ਼ਲਟ ਪਰੇਸ਼ਾਨੀ ਆ। ਪਰ ਕਹਿੰਦੇ ਮੈਂ ਤੁਹਾਨੂੰ ਦੱਸਦਾ ਆ, ਜਿੱਦਾਂ ਮੈਂ ਕਹਿੰਦਾ ਉਦਾਂ ਚੱਲੋ ਤੇ ਸੁਖੀ ਰਹੋਗੇ, ਬਰਕਤਾਂ ਦੇ ਨਾਲ ਬਲੈਸ ਹੋਵੋਗੇ, ਔਰ ਹਰ ਪੱਖੋਂ ਆਸ਼ੀਸ਼ਿਤ ਕੀਤੇ ਜਾਓਗੇ। ਹਾਲੇਲੂਇਆ। ਔਰ ਯਿਸੂ ਮਸੀਹ ਜਦੋਂ ਸਿਆਣੇ ਹੋਏ, ਜਵਾਨੀ ਦੇ ਵਿੱਚ ਆਏ, ਔਰ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ, ਖੁਦਾ ਦੇ ਕੰਮ ਕਰਨੇ ਸ਼ੁਰੂ ਹੋਏ, ਤੇ ਜਿੱਦਾਂ ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਦੇ ਬਾਰੇ, ਉਦਾਂ ਉਦਾਂ ਉਹਨਾਂ ਦੇ ਨਾਲ ਹੋਣਾ ਸ਼ੁਰੂ ਹੋ ਗਿਆ। ਬਾਈਬਲ 'ਚ ਲਿਖਿਆ ਜੇ ਹਰੇ ਰੁੱਖ ਦੇ ਨਾਲ ਇਦਾਂ ਹੁੰਦਾ ਆ ਤੇ ਫਿਰ ਸੁੱਕੇ ਦੇ ਨਾਲ ਕੀ ਕੁਝ ਨਹੀਂ ਹੋਏਗਾ। ਮਤਲਬ ਯਿਸੂ ਮਸੀਹ ਨੇ ਕਿਸੇ ਦੇ ਨਾਲ ਇੰਨਾ ਆਰਗੂਮੈਂਟ ਨਹੀਂ ਕੀਤਾ ਸਲੀਬ ਦੇਣ ਦੇ ਲਈ, ਜਾਂ ਕੋੜੇ ਮਾਰਨ ਦੇ ਲਈ, ਜਾਂ ਚਪੇੜ ਮਾਰਨ ਦੇ ਲਈ, ਜਾਂ ਦਾੜੀ ਪੁੱਟਣ ਦੇ ਲਈ, ਜਾਂ ਹੱਥਾਂ ਪੈਰਾਂ 'ਚ ਕਿਲ ਠੋਕਣ ਦੇ ਲਈ। ਕੋਈ ਆਰਗੂਮੈਂਟ ਨਹੀਂ ਕੀਤਾ। ਕਹਿੰਦਾ ਉਹ ਇੱਕ ਲੇਲੇ ਦੀ ਨਿਆਈ ਬਸ ਜ਼ੁਬਾਨ ਨੂੰ ਬੰਦ ਕਰਕੇ ਸਹਿ ਰਿਹਾ ਸੀਗਾ, ਜਿੱਦਾਂ ਇੱਕ ਕੋਈ ਬਛੜਾ ਬਲੀ ਦੇਣ ਦੇ ਸਮੇਂ ਦੇ ਉੱਪਰ ਚੁੱਪ ਰਹਿੰਦਾ ਆ। ਕਿਉਂ? ਕਿਉਂਕਿ ਯਿਸੂ ਮਸੀਹ ਨੂੰ ਪਤਾ ਸੀਗਾ ਕਿ ਮੇਰੇ ਬਾਰੇ ਇਦਾਂ ਬਾਈਬਲ 'ਚ ਲਿਖ ਦਿੱਤਾ ਗਿਆ ਆ, ਔਰ ਇਦਾਂ ਉਹ ਰੀਤੀ ਦੇ ਅਨੁਸਾਰ ਇਦਾਂ ਹੋ ਰਿਹਾ ਆ, ਵਚਨ ਪੂਰਾ ਹੋ ਰਿਹਾ ਆ। ਔਰ ਮੈਂ ਕਿਉਂ ਆਰਗੂਮੈਂਟ ਕਰਾਂ, ਮੈਂ ਕਿਉਂ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਵਿਘਨ ਪਾਵਾਂ, ਮੈਂ ਕਿਉਂ ਵਚਨ ਦੇ ਖਿਲਾਫ ਜਾਵਾਂ ਕਿ ਜੋ ਮੇਰੇ ਬਾਰੇ ਲਿਖਿਆ ਹੋਇਆ ਆ ਔਰ ਉਦਾਂ ਹੀ ਹੋਣਾ ਤੇ ਹੋਣਾ ਹੀ ਆ। ਅੱਜ ਤੁਹਾਡੇ ਮੇਰੇ ਬਾਰੇ ਵੀ ਬਾਈਬਲ ਦੇ ਵਿੱਚ ਇਦਾਂ ਲਿਖਿਆ ਹੋਇਆ ਆ ਕਿ ਜੇ ਅਸੀਂ ਪ੍ਰਭੂ ਦਾ ਕੰਮ ਕਰ ਰਹੇ ਆ ਤੇ ਸਾਨੂੰ ਦੁੱਖਾਂ ਦੇ ਵਿੱਚੋਂ ਵੀ ਲੰਘਣਾ ਪੈਣਾ। ਇਦਾਂ ਦੇ ਦੁੱਖ ਨਹੀਂ ਆ ਜਿਹੜੇ ਸਾਨੂੰ ਧਰਤੀ ਦੇ ਨਾਲ ਹੀ ਲਗਾ ਦੇਣਗੇ, ਜਾਂ ਸਾਨੂੰ ਗਰੀਬੀ 'ਚ ਹੀ ਲੈ ਜਾਣਗੇ, ਜਾਂ ਸਾਨੂੰ ਮਾਰ ਹੀ ਦੇਣਗੇ। ਇਦਾਂ ਦੇ ਦੁੱਖ ਨਹੀਂ ਆ।
ਇਹ ਜਿਹੜੇ ਪ੍ਰਭੂ ਦੇ ਵੱਲੋਂ ਪ੍ਰਭੂ ਦਾ ਕੰਮ ਕਰਦੇ ਸਮੇਂ ਤੁਹਾਡੇ ਜੀਵਨ 'ਚ ਦੁੱਖ ਆਣਗੇ ਨਾ, ਉਹ ਤੁਹਾਨੂੰ ਤਰੱਕੀ ਦੇ ਵੱਲ ਨੂੰ ਲੈ ਕੇ ਜਾਣਗੇ, ਉਹ ਤੁਹਾਨੂੰ ਮਜ਼ਬੂਤੀ ਦੇ ਵੱਲ ਲੈ ਕੇ ਜਾਣਗੇ, ਉਹ ਤੁਹਾਨੂੰ ਆਤਮਿਕਤਾ ਦੇ ਵਿੱਚ ਅਗਲੇ ਲੈਵਲ ਤੇ ਲੈ ਕੇ ਜਾਣ ਵਾਲੇ ਹੋਣਗੇ। ਉਹ ਜਿਹੜੇ ਦੁੱਖ ਹੋਣਗੇ ਉਹ ਆਮ ਦੁੱਖ ਨਹੀਂ ਆ ਜਿਹੜੇ ਆਮ ਲੋਕ ਪਾਪ ਦੇ ਦੁਆਰਾ ਦੁੱਖਾਂ ਨੂੰ ਪ੍ਰਾਪਤ ਕਰਦੇ ਆ, ਜਿਹੜੇ ਲੋਕ ਗਲਤੀਆਂ ਕਰਕੇ ਦੁੱਖਾਂ ਨੂੰ ਲੈਂਦੇ ਆ, ਇਹ ਉਹ ਵਾਲੇ ਦੁੱਖ ਨਹੀਂ ਆ। ਇਹ ਜਦੋਂ ਤੁਸੀਂ ਪ੍ਰਭੂ ਦਾ ਕੰਮ ਕਰੋਗੇ, ਬਾਈਬਲ ਦੇ ਅਨੁਸਾਰ ਦੁੱਖਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪਏਗਾ, ਤੰਗੀ ਦੇ ਵਿੱਚੋਂ ਲੰਘਣਾ ਪਏਗਾ। ਜਿੱਦਾਂ ਪੌਲ ਪ੍ਰਭੂ ਦਾ ਕੰਮ ਕਰਦੇ ਕਿੰਨੀ ਤੰਗੀ ਦੇ ਵਿੱਚੋਂ ਲੰਘਿਆ। ਕਹਿੰਦਾ ਕਈ ਵਾਰ ਤਾਂ ਮੈਂ ਫਾਕਿਆਂ ਦੇ ਵਿੱਚ ਰਿਹਾ, ਭੁੱਖਾ ਰਿਹਾ, ਨੰਗਾ ਰਿਹਾ, ਸਰਦੀ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਵੀ ਰਿਹਾ ਆ, ਸਮੁੰਦਰ ਦੇ ਵਿੱਚ ਰਿਹਾ ਆ। ਦੇਖੋ ਕਿੰਨਾ ਉਹਨੇ ਦੁੱਖ ਸਹਿਆ ਪ੍ਰਭੂ ਦੇ ਕੰਮ ਕਰਦੇ ਸਮੇਂ, ਬਾਈਬਲ 'ਚ ਲਿਖਿਆ ਹੋਇਆ ਸੀ। ਫਿਰ ਅਸੀਂ ਪ੍ਰਭੂ ਨੂੰ ਕਿਉਂ ਤਾਨਾ ਮਾਰੀਏ ਜਦ ਸਾਨੂੰ ਪਤਾ ਬਾਈਬਲ ਦੇ ਵਿੱਚ ਸਾਡੇ ਬਾਰੇ ਏਦਾਂ ਲਿਖਿਆ ਹੋਇਆ ਆ ਕਿ ਅਗਰ ਤੁਸੀਂ ਪ੍ਰਭੂ ਦਾ ਕੰਮ ਕਰੋਗੇ ਜਾਂ ਤੁਸੀਂ ਪ੍ਰਾਰਥਨਾ ਕਰੋਗੇ ਜਾਂ ਤੁਸੀਂ ਇਮਾਨਦਾਰੀ ਦਾ ਜੀਵਨ ਜੀਓਗੇ ਤਾਂ ਸ਼ੈਤਾਨ ਤੁਹਾਨੂੰ ਤੰਗ ਕਰੇਗਾ। ਸ਼ੈਤਾਨ ਆਪਣਾ ਇੱਕ ਹੂਰਾ ਮਾਰੇਗਾ। ਜਿੱਦਾਂ ਪੌਲ ਕਹਿੰਦਾ ਪ੍ਰਭੂ ਇਹ ਸ਼ੈਤਾਨ ਦਾ ਚੁੱਭਿਆ ਹੋਇਆ ਕੰਡਾ ਆ, ਇਹ ਮੈਨੂੰ ਹੂਰੇ ਮਾਰਦਾ ਆ। ਤੇ ਜਦ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਪ੍ਰਭੂ ਦਾ ਕੰਮ ਕਰਨ ਦੇ ਲਈ ਨਿਕਲਾਂਗੇ ਜਾਂ ਇਮਾਨਦਾਰੀ ਦਾ ਜੀਵਨ ਜੀਵਾਂਗੇ ਜਾਂ ਪਵਿੱਤਰਤਾ ਦਾ ਜੀਵਨ ਜੀਵਾਂਗੇ ਜਾਂ ਬਾਈਬਲ ਦੇ ਵਚਨਾਂ ਦੇ ਅਨੁਸਾਰ ਜੀਵਨ ਜੀਵਾਂਗੇ ਤਾਂ ਸ਼ੈਤਾਨ ਆਪਣੀ ਹਰਕਤ ਕਰੇਗਾ। ਜਦ ਸਾਨੂੰ ਪਤਾ ਹੈ ਵੀ ਉਹਨੇ ਹਰਕਤ ਕਰਨੀ ਆ ਕਿ ਬਾਈਬਲ 'ਚ ਲਿਖ ਦਿੱਤਾ ਗਿਆ ਆ, ਤੇ ਫਿਰ ਸਾਨੂੰ ਉਲਝਣ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਆ, ਹੜਬੜਾਹਟ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਆ। ਤੁਸੀਂ ਯਿਸੂ ਮਸੀਹ ਦੇ ਜੀਵਨ ਦੇ ਬਾਰੇ ਪੜ੍ਹੋ। ਸ਼ੈਤਾਨ ਦਾ ਜਦੋਂ ਯਿਸੂ ਮਸੀਹ ਦਾ ਆਪਸ ਦੇ ਵਿੱਚ ਆਮਣਾ ਸਾਹਮਣਾ ਹੋਇਆ ਤੇ ਯਿਸੂ ਮਸੀਹ ਹੜਬੜਾਏ ਨਹੀਂ ਆ। ਜਦੋਂ 40 ਦਿਨ ਦੇ ਰੋਜ਼ਿਆਂ ਦੇ ਵਿੱਚ ਸੀਗੇ ਔਰ ਸ਼ੈਤਾਨ ਦੁਆਰਾ ਪ੍ਰੀਖਿਆ ਲਈ ਗਈ, ਯਿਸੂ ਮਸੀਹ ਨੂੰ ਪਤਾ ਸੀ ਇਹ ਚੀਜ਼ਾਂ ਹੋਣੀਆਂ ਆ, ਕਿਉਂਕਿ ਜਦ ਤੱਕ ਐਗਜ਼ਾਮ ਨਹੀਂ ਦਵਾਂਗੇ ਤਦ ਤੱਕ ਰਿਜ਼ਲਟ ਨਹੀਂ ਆਏਗਾ। ਜਦ ਤੱਕ ਰਿਜ਼ਲਟ ਨਹੀਂ ਆਏਗਾ ਤਦ ਤੱਕ ਅਗਲੇ ਲੈਵਲ ਤੇ ਨਹੀਂ ਜਾਵਾਂਗੇ, ਅਗਲੀ ਕਲਾਸ ਦੇ ਵਿੱਚ ਨਹੀਂ ਜਾਵਾਂਗੇ। ਹਾਲੇਲੂਇਆ। ਔਰ ਬਹੁਤ ਸਾਰੇ ਲੋਕ ਜਦੋਂ ਐਗਜ਼ਾਮ ਹੁੰਦਾ, ਜਦੋਂ ਟੈਸਟ ਹੁੰਦਾ ਨਾ, ਉੱਥੇ ਹੀ ਫਿਰ ਫੇਲ ਹੋ ਜਾਂਦੇ ਆ, ਉੱਥੇ ਹੀ ਹੜਬੜਾ ਜਾਂਦੇ, ਉੱਥੇ ਡਗਮਗਾ ਜਾਂਦੇ ਆ। ਸ਼ਾਇਦ ਉਹ ਲੋਕ ਬਾਈਬਲ ਪੜ੍ਹਨ ਦੇ ਵਿੱਚ ਕਮਜ਼ੋਰ ਆ, ਮੈਂ ਦੱਸਣਾ ਚਾਹੁੰਦਾ, ਜਾਂ ਉਹ ਲੋਕ ਬਾਈਬਲ ਪੜ੍ਹਨ ਦੇ ਦੌਰਾਨ ਸਮਝਣ ਦੇ ਵਿੱਚ ਕਮਜ਼ੋਰ ਆ, ਜਾਂ ਉਹ ਲੋਕ ਜਿਹੜੇ ਹੜਬੜਾ ਜਾਂਦੇ ਆ ਬਾਈਬਲ ਪੜ੍ਹਨ ਦੇ ਦੁਆਰਾ, ਸਮਝਣ ਦੇ ਦੁਆਰਾ, ਜਾਂ ਫਿਰ ਉਹ ਅਮਲ ਕਰਨ ਦੇ ਦੁਆਰਾ, ਅਮਲ ਕਰਨ ਦੇ ਵਿੱਚ ਉਹ ਕਮਜ਼ੋਰ ਨੇ। ਕਿਤੇ ਤਾਂ ਕਮੀ ਹੈਗੀ ਆ। ਤੁਸੀਂ ਦੇਖੋ ਜਦ ਯਿਸੂ ਮਸੀਹ ਨੇ ਕਿਹਾ ਕਿ ਜੇ ਮੈਂ ਹਰਾ ਰੋਕਿਆ, ਮੇਰੇ ਨਾਲ ਇੰਨਾ ਹੋਇਆ ਆ, ਇੰਨਾ ਲੋਕਾਂ ਨੇ ਮੇਰਾ ਵਿਰੋਧ ਕੀਤਾ ਆ, ਇੰਨਾ ਮੈਨੂੰ ਲੋਕਾਂ ਨੇ ਪਰੇਸ਼ਾਨ ਕੀਤਾ, ਉਹ ਵੀ ਜਿਹੜੇ ਧਾਰਮਿਕ ਆਗੂ ਕਹਿਲਾਉਂਦੇ ਆ ਆਪਣੇ ਆਪ ਨੂੰ, ਉਹਨਾਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਆ। ਤਾਂ ਜੇ ਤੁਸੀਂ ਚੱਲੋਗੇ ਮੇਰੇ ਰਾਹਾਂ ਦੇ ਉੱਪਰ ਜਾਂ ਤੁਸੀਂ ਵਚਨ ਦੇ ਅਨੁਸਾਰ ਚੱਲੋਗੇ ਤੇ ਤੁਸੀਂ ਸੁੱਕੇ ਰੁੱਖ ਦੀ ਤਰ੍ਹਾਂ ਆ, ਤੇ ਤੁਹਾਡੇ ਨਾਲ ਕਿੰਨਾ ਕੀ ਕੁਝ ਨਹੀਂ ਕਰਨਗੇ ਉਹ। ਜਾਂ ਸਾਨੂੰ ਪਤਾ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ। ਫਿਰ ਜਦੋਂ ਪਰਿਵਾਰ ਦੇ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਆ ਬੰਦਾ ਜਿਹੜਾ ਕਿ ਇਕੱਲਾ ਹੀ ਬਚਿਆ ਹੋਵੇ ਪਰਿਵਾਰ ਚੋਂ, ਫਿਰ ਉਹਨੂੰ ਜ਼ਿਆਦਾ ਹੜਬੜਾਉਣ ਦੀ ਜ਼ਰੂਰਤ ਨਹੀਂ ਆ, ਜ਼ਿਆਦਾ ਇਰੀਟੇਟ ਹੋਣ ਦੀ ਜ਼ਰੂਰਤ ਨਹੀਂ ਆ। ਬਾਈਬਲ ਕਹਿੰਦਾ ਇਹ ਖੁਸ਼ੀ ਮਨਾਉਣ ਦੀ ਜ਼ਰੂਰਤ ਆ ਕਿ ਤੁਸੀਂ ਸਹੀ ਰੀਤੀ ਦੇ ਨਾਲ ਚੱਲਦੇ ਪਏ ਆ। ਜਦੋਂ ਤੁਹਾਡਾ ਵਿਰੋਧ ਹੋਏਗਾ, ਯਾਦ ਰੱਖਣਾ ਮੇਰੀ ਗੱਲ ਨੂੰ, ਜਦੋਂ ਕੋਈ ਤੁਹਾਨੂੰ ਤਾਨੇ ਮਾਰੇਗਾ, ਜਦੋਂ ਤੁਹਾਡਾ ਵਿਰੋਧ ਹੋਏਗਾ, ਜਦੋਂ ਤੁਹਾਨੂੰ ਕੋਈ ਪਰੇਸ਼ਾਨ ਕਰੇਗਾ, ਸਮਝ ਜਾਣਾ ਕਿ ਤੁਸੀਂ ਸਹੀ ਲਾਈਨ ਦੇ ਉੱਪਰ ਚੱਲਦੇ ਪਏ ਆ ਔਰ ਸਹੀ ਜੀਵਨ ਜੀ ਰਹੇ ਆ। ਕਿਉਂਕਿ ਜੇ ਤੁਹਾਡੇ ਅੰਦਰ ਸ਼ੈਤਾਨ ਦੇ ਇੱਕ ਦੋ ਵੀ ਅੰਗ ਹੋਣ ਨਾ, ਤੇ ਸ਼ੈਤਾਨ ਫਿਰ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ, ਕਿਉਂਕਿ ਉਹਦਾ ਕੰਮ ਹੋ ਰਿਹਾ ਆ। ਕਿਉਂਕਿ ਇਹ ਜੀਵਨ ਪਰਮੇਸ਼ਵਰ ਦਾ ਨਹੀਂ ਆ, ਫਿਰ ਇਹ ਸ਼ੈਤਾਨ ਦਾ ਬਣ ਚੁੱਕਾ ਆ। ਅਗਰ ਸ਼ੈਤਾਨ ਦਾ ਇੱਕ ਵੀ ਅੰਗ ਨਹੀਂ ਹੈ, ਇੱਕ ਵੀ ਆਦਤ ਤੁਹਾਡੇ ਜੀਵਨ ਦੇ ਅੰਦਰ ਨਹੀਂ ਆ, ਫਿਰ ਉਹ ਤੁਹਾਨੂੰ ਹੂਰੇ ਮਾਰੇਗਾ, ਫਿਰ ਉਹ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ, ਫਿਰ ਤੁਹਾਨੂੰ ਉਹ ਲਾਲਚ ਦੇਗਾ, ਫਿਰ ਉਹ ਓਪਰਚੁਨਿਟੀਜ਼ ਤੁਹਾਡੇ ਸਾਹਮਣੇ ਲੈ ਕੇ ਆਏਗਾ ਆਪਣੀ, ਕਿ ਉਹ ਤੁਹਾਨੂੰ ਆਪਣੀ ਓਪਰਚੁਨਿਟੀਆਂ ਦੇ ਵਿੱਚ ਜਾਂ ਆਪਣੇ ਪਾਪ ਦੀ ਦਲਦਲ ਦੇ ਵਿੱਚ ਤੁਹਾਨੂੰ ਫਸਾਵੇ, ਤੁਹਾਨੂੰ ਉਲਝਣਾਂ ਦੇ ਵਿੱਚ ਪਾਵੇ। ਹਾਲੇਲੂਇਆ। ਅੱਜ ਵਚਨ ਤੁਹਾਨੂੰ ਪਤਾ ਲੱਗ ਚੁੱਕਾ ਆ। ਚਾਹੇ ਤੁਹਾਨੂੰ ਸਾਲ ਹੋਇਆ ਪ੍ਰਭੂ ਦੇ ਵਿੱਚ ਆਇਆ ਨੂੰ, ਚਾਹੇ 6 ਮਹੀਨੇ ਹੋਏ ਆ, ਚਾਹੇ 2 ਸਾਲ ਹੋਏ, ਚਾਹੇ 5 ਸਾਲ ਹੋਇਆ, ਪਰ ਬਾਈਬਲ ਦੇ ਵਚਨਾਂ ਤੋਂ ਤੁਸੀਂ ਜਾਣੂ ਹੋ ਚੁੱਕੇ ਆ। ਚਾਹੇ ਸੁਣਨ ਦੇ ਦੁਆਰਾ, ਚਾਹੇ ਪੜ੍ਹਨ ਦੇ ਦੁਆਰਾ, ਚਾਹੇ ਕਿਸੇ ਦਾ ਜੀਵਨ ਦੇਖਣ ਦੇ ਦੁਆਰਾ। ਹੁਣ ਤੁਸੀਂ ਮੁੱਕਰ ਨਹੀਂ ਸਕਦੇ ਕਿ ਪ੍ਰਭੂ ਮੈਨੂੰ ਤਾਂ ਤੇਰੇ ਬਾਰੇ ਪਤਾ ਨਹੀਂ, ਮੈਂ ਤਾਂ ਮਸੀਹ ਲੋਕਾਂ ਨੂੰ ਇਦਾਂ ਦੇਖਿਆ ਨਹੀਂ, ਮੈਂ ਤਾਂ ਤੇਰਾ ਵਚਨ ਪੂਰਾ ਹੁੰਦਾ ਹੋਇਆ ਕਿਸੇ ਜੀਵਨ 'ਚ ਦੇਖਿਆ ਨਹੀਂ। ਤੁਸੀਂ ਮੁੱਕਰ ਨਹੀਂ ਸਕਦੇ। ਯਿਸੂ ਮਸੀਹ ਕਹਿੰਦੇ ਮੈਂ ਅਗਰ ਨਾ ਹੁੰਦਾ ਔਰ ਨਾ ਉਹਨਾਂ ਦੇ ਨਾਲ ਗੱਲਾਂ ਕਰਦਾ ਤੇ ਉਹਨਾਂ ਦਾ ਪਾਪ ਨਾ ਹੁੰਦਾ, ਪਰ ਹੁਣ ਮੈਂ ਜਿਹੜੀਆਂ ਗੱਲਾਂ ਕੀਤੀਆਂ, ਹੁਣ ਉਹਨਾਂ ਦਾ ਪਾਪ ਲੁਕਾਉਣ ਦਾ ਜਾਂ ਪਾਪ ਛਿਪਾਉਣ ਦਾ ਕੋਈ ਵੀ ਬਹਾਨਾ ਨਹੀਂ ਲਗਾ ਸਕਦਾ ਕੋਈ। ਧਰਤੀ ਦੇ ਉੱਪਰ ਰਹਿੰਦੇ ਆ, ਮੈਂ ਤੁਹਾਨੂੰ ਦੱਸਿਆ ਕਿ ਅਸੀਂ ਬਹਾਨਾ ਲਗਾ ਸਕਦੇ ਹਾਂ, ਕੋਈ ਪਾਸਟਰ ਨੂੰ ਬਹਾਨਾ ਲਗਾ ਸਕਦੇ ਹਾਂ, ਪਰ ਖੁਦਾ ਦੇ ਅੱਗੇ ਤੁਸੀਂ ਕੋਈ ਬਹਾਨਾ ਨਹੀਂ ਲਗਾ ਸਕਦੇ।
मतलब ਤੁਸੀਂ ਅਗਰ ਲਾਈਨ 'ਚ ਵਿੱਚ ਲੱਗੇ ਹੋਵੋ ਜਾਂ ਤੁਸੀਂ ਪ੍ਰਭੂ ਦੇ ਅੱਗੇ ਦੁਆ ਕਰਦੇ ਹੋਵੋ ਕਿ ਪ੍ਰਭੂ ਮੇਰੀ ਮਜਬੂਰੀ ਆ, ਮੇਰੇ ਬੱਚੇ ਭੁੱਖੇ ਬੈਠੇ, ਇਸ ਲਈ ਮੈਨੂੰ ਪਾਪ ਕਰਨਾ ਪੈ ਰਿਹਾ, ਇਸ ਲਈ ਮੈਨੂੰ ਸਰੀਰ ਵੇਚਣਾ ਪੈ ਰਿਹਾ ਆ, ਇਸ ਲਈ ਮੈਨੂੰ ਆਹ ਕੰਮ ਕਰਨਾ ਪੈ ਰਿਹਾ ਕਿ ਮੇਰੇ ਬੱਚੇ ਭੁੱਖੇ ਬੈਠੇ ਆ, ਦੁੱਧ ਤੋਂ ਬੈਠੇ ਆ ਜਾਂ ਰੋਟੀ ਤੋਂ ਬੈਠੇ ਆ। ਤੇ ਬਾਈਬਲ ਇੱਦਾਂ ਕਰਨ ਦੇ ਲਈ ਨਹੀਂ ਕਹਿੰਦਾ। ਬਾਈਬਲ ਕਹਿੰਦਾ ਖੁਦਾ ਦੇ ਉੱਪਰ ਵਿਸ਼ਵਾਸ ਕਰੋ, ਮੁਹੱਈਆ ਕਰਵਾਉਣ ਵਾਲਾ ਪਰਮੇਸ਼ਵਰ ਹੈ, ਉਹ ਹੈਲਪਰ ਭੇਜਣ ਵਾਲਾ ਪਰਮੇਸ਼ਵਰ ਹੈ। ਉਹ ਪਾਪ ਕਰਕੇ ਬੱਚੇ ਪਾਲਣ ਦੇ ਲਈ ਨਹੀਂ ਕਹਿੰਦਾ, ਉਹ ਗਲਤ ਕੰਮ ਕਰਕੇ ਬੱਚੇ ਪਾਲਣ ਦੇ ਲਈ ਨਹੀਂ ਕਹਿੰਦਾ, ਔਰ ਉਹ ਮਿਹਨਤ ਕਰਕੇ ਪਾਲਣ ਦੇ ਲਈ ਕਹਿੰਦਾ, ਔਰ ਉਹ ਪਾਪ ਨਹੀਂ ਆ। ਚਾਹੇ ਇੱਕ ਇਨਸਾਨ ਜਾਂ ਇੱਕ ਔਰਤ ਬੱਚੇ ਪਾਲਣ ਦੇ ਲਈ ਬਰਤਨ ਕਿਉਂ ਨਾ ਸਾਫ਼ ਕਰੇ, ਦਿਹਾੜੀ ਮਜ਼ਦੂਰ ਕਿਉਂ ਨਾ ਬਣ ਜਾਵੇ, ਉਹ ਪਾਪ ਨਹੀਂ ਆ। ਪਰ ਸਰੀਰ ਵੇਚ ਕੇ ਬੱਚੇ ਪਾਲਣੇ ਇਹ ਪਾਪ ਆ। ਔਰ ਇਹਦੇ ਲਈ ਤੁਸੀਂ ਕੋਈ ਬਹਾਨਾ ਨਹੀਂ ਲਗਾ ਸਕਦੇ ਕਿ ਮੈਂ ਆਪਣੇ ਬੱਚਿਆਂ ਦੇ ਲਈ ਕੀਤਾ ਹੈ। ਤੁਸੀਂ ਰੋਂਗ ਹੈ, ਤੁਸੀਂ ਗਲਤ ਰਾਹ ਦੇ ਉੱਪਰ ਆ, ਤਾਂ ਤੁਹਾਨੂੰ ਇਹ ਬਹਾਨਾ ਬਚਾ ਨਹੀਂ ਸਕਦਾ। ਅਗਰ ਤੁਸੀਂ ਕਹੋ ਕਿ ਮੈਂ ਠੱਗੀ ਕਰਦਾ ਜਾਂ ਕਰਦੀ ਹਾਂ, ਆਫਿਸ ਦੇ ਵਿੱਚ ਪੈਸੇ ਉੱਪਰੋਂ ਲੈ ਰਹੇ ਹਾਂ ਜਾਂ ਰਿਸ਼ਵਤ ਲੈ ਰਹੇ ਦੇ ਰਹੇ ਹਾਂ, ਤੇ ਪ੍ਰਭੂ ਇਹਦੇ ਦੁਆਰਾ ਮੇਰਾ ਘਰ ਚੱਲਦਾ ਜਾਂ ਕਿੱਦਾਂ ਵੀ ਆ, ਜੋ ਵੀ ਆ, ਪਰ ਤੁਸੀਂ ਉਸ ਸਮੇਂ ਬਹਾਨਾ ਨਹੀਂ ਲਗਾ ਸਕਦੇ। ਅੱਜ ਤੁਸੀਂ ਆਪਣੇ ਆਪ ਨੂੰ ਇਸ ਝੂਠ ਦੇ ਨਾਲ ਦਿਲਾਸਾ ਦੇ ਸਕਦੇ ਆ, ਤਾਂ ਪਰ ਪ੍ਰਭੂ ਦੇ ਸਾਹਮਣੇ ਤੁਸੀਂ ਨਿਰਦੋਸ਼ ਨਹੀਂ ਠਹਿਰ ਸਕਦੇ। ਮੈਂ ਕਹਿੰਦਾ ਕਿ ਅੱਜ ਦਾ ਇਨਸਾਨ ਹੈ ਹੀ ਕੀ ਆ। ਪੌਲੁਸ ਕਹਿੰਦਾ ਅਗਰ ਮੈਂ ਆਪਣੇ ਆਪ ਦੀ ਜਾਂਚ ਕਰਦਾ ਫਿਰ ਵੀ ਨਿਰਦੋਸ਼ ਨਹੀਂ ਰਹਿੰਦਾ, ਫਿਰ ਵੀ ਮੈਂ ਕਹਿੰਦਾ ਆਪਣੇ ਆਪ ਨੂੰ ਨਿਰਦੋਸ਼ ਨਹੀਂ ਸਮਝਦਾ। ਕਹਿੰਦਾ ਅਗਰ ਮੈਂ ਆਪਣੀ ਜਾਂਚ ਵੀ ਕਰਦਾ ਹਾਂ ਤਾਂ ਤੁਸੀਂ ਆਪਣੇ ਵੱਲ ਦੇਖੋ ਕਿ ਕਿੱਦਾਂ ਸਾਨੂੰ ਚੱਲਣਾ ਚਾਹੀਦਾ, ਕਿੱਦਾਂ ਸਾਨੂੰ ਪ੍ਰਭੂ ਦੇ ਵਿੱਚ ਬੈਠਣਾ ਚਾਹੀਦਾ, ਉੱਠਣਾ ਚਾਹੀਦਾ ਆ, ਕਿਹੜੇ ਚਾਲ ਚੱਲਣ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ। ਮੈਂ ਦੱਸਿਆ ਕਿ ਯਿਸੂ ਮਸੀਹ ਦੇ ਬਾਰੇ ਪਹਿਲਾਂ ਆਲਰੇਡੀ ਬਾਈਬਲ ਦੇ ਵਿੱਚ ਲਿਖ ਦਿੱਤਾ ਗਿਆ ਸੀ, ਇੱਦਾਂ ਇੱਦਾਂ ਹੋਏਗਾ, ਔਰ ਸਟਾਰਟ ਇੱਦਾਂ ਹੋਏਗਾ, ਚੱਲੇਗਾ ਇੱਦਾਂ, ਔਰ ਐਂਡ ਇੱਦਾਂ ਹੋਏਗਾ ਯਿਸੂ ਮਸੀਹ ਦਾ। ਹਾਲੇਲੂਇਆ। ਕਿ ਉਹਦੇ ਕੋੜੇ ਖਾਣ ਤੋਂ ਅਸੀਂ ਚੰਗੇ ਹੋਵਾਂਗੇ, ਉਹਦੇ ਲਹੂ ਬਹਾਨ ਤੋਂ ਅਸੀਂ ਸ਼ਿਫਾ ਪਾਵਾਂਗੇ, ਉਹ ਸਾਡੇ ਲਈ ਮਾਰਿਆ ਜਾਏਗਾ, ਕੁਚਲਿਆ ਜਾਏਗਾ। ਹਾਂ, ਪਹਿਲਾਂ ਲਿਖਿਆ ਹੋਇਆ ਸੀ। ਪਰ ਜਦੋਂ ਯਿਸੂ ਮਸੀਹ ਦੇ ਨਾਲ ਇੱਦਾਂ ਹੋਇਆ, ਉਹ ਕਿਉਂ ਨਹੀਂ ਬੋਲਿਆ? ਕਿਉਂਕਿ ਉਹਨੂੰ ਪਤਾ ਸੀ ਵਚਨ ਇੱਦਾਂ ਹੀ ਪੂਰਾ ਹੋਣਾ ਹੈ। ਬਾਈਬਲ 'ਚ ਮੇਰੇ ਬਾਰੇ ਇੱਦਾਂ ਹੀ ਲਿਖਿਆ ਹੋਇਆ। ਹੁਣ ਜੇ ਤੁਹਾਡੇ ਮੇਰੇ ਬਾਰੇ ਵੀ ਬਾਈਬਲ 'ਚ ਇੱਦਾਂ ਲਿਖਿਆ, ਤਾਂ ਫਿਰ ਅਸੀਂ ਬੁੜਬੁੜਾਹਟ ਕਿਉਂ ਕਰਦੇ ਹਾਂ? ਅਸੀਂ ਮਿਸਰ ਦੇ ਵਿੱਚੋਂ ਨਿਕਲੇ ਇਜ਼ਰਾਈਲੀ ਲੋਕਾਂ ਦੀ ਤਰ੍ਹਾਂ ਕਿਉਂ ਬੁੜਬੁੜਾਹਟ ਕਰਦੇ ਹਾਂ? ਜਾਂ ਤਾਂ ਸਾਨੂੰ ਬਾਈਬਲ ਦਾ ਗਿਆਨ ਨਹੀਂ। ਇਸੇ ਲਈ ਬਾਈਬਲ ਕਹਿੰਦਾ ਬਿਨਾਂ ਗਿਆਨ ਤੋਂ ਮੇਰੇ ਲੋਕ ਨਾਸ਼ ਹੁੰਦੇ ਪਏ ਆ, ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਆ ਵੀ ਕਦੋਂ ਕੀ ਬੋਲਣਾ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਹੈ, ਜੀਵ ਇੱਕ ਚੰਗਿਆਰੀ ਦੀ ਤਰ੍ਹਾਂ ਕੰਮ ਕਰਦੀ, ਇੱਕ ਅੰਗਿਆਰੇ ਦੀ ਤਰ੍ਹਾਂ ਕੰਮ ਕਰਦੀ। ਬਾਈਬਲ ਕਹਿੰਦਾ ਇੱਕ ਅੰਗਿਆਰੀ ਪੂਰੇ ਜੰਗਲ ਨੂੰ ਤਬਾਹ ਕਰਨ ਦੇ ਲਈ ਬਹੁਤ ਹੈ। ਏਦਾਂ ਹੀ ਇਹ ਛੋਟਾ ਅੰਗ ਆ, ਬਾਈਬਲ ਕਹਿੰਦਾ ਸਾਡੇ ਸਰੀਰ ਦਾ, ਪਰ ਇਹ ਪੂਰੇ ਸਰੀਰ ਨੂੰ ਪਾਪੀ ਬਣਾਉਣ ਦੇ ਲਈ ਬਹੁਤ ਹੈ। ਅਗਰ ਇੱਕ ਗਾਲ ਵੀ ਕੱਢ ਦਿੱਤੀ, ਪੂਰਾ ਸਰੀਰ ਨਰਕ ਜਾਣ ਦੇ ਲਈ ਤਿਆਰ ਹੈ। ਹੱਥਾਂ ਪੈਰਾਂ ਦਾ ਕੀ ਕਸੂਰ ਆ? ਹਾਂ, ਬਾਕੀ ਸਰੀਰ ਦਾ ਕੀ ਕਸੂਰ ਹੈ? ਪਰ ਇਹ ਅੰਗ ਵੀ ਤੁਹਾਡੇ ਸਰੀਰ ਦਾ ਹੀ ਆ। ਇਸ ਲਈ ਇਹਦੇ ਦੁਆਰਾ ਬੋਲਿਆ ਗਿਆ ਮੰਦਾ ਸ਼ਬਦ ਤੁਹਾਨੂੰ ਨਰਕ ਦਾ ਭਾਗੀ ਬਣਾ ਸਕਦਾ, ਤੁਹਾਨੂੰ ਦੁੱਖਾਂ ਦਾ ਭਾਗੀ ਬਣਾ ਸਕਦਾ ਹੈ। ਪਰ ਯਾਦ ਰੱਖੋ, ਬਾਈਬਲ ਦੇ ਵਿੱਚ ਜੋ ਲਿਖ ਦਿੱਤਾ ਗਿਆ ਆ, ਉੱਥੋਂ ਅਸੀਂ ਮੁੱਕਰ ਨਹੀਂ ਸਕਦੇ ਅਗਰ ਉਹਦੇ ਅਨੁਸਾਰ ਅਸੀਂ ਚੱਲਾਂਗੇ ਨਹੀਂ। ਤੁਸੀਂ ਵਚਨ ਦੇ ਉੱਪਰ ਕਲੇਮ ਕਰ ਸਕਦੇ ਆ ਕਿ ਪ੍ਰਭੂ ਬਾਈਬਲ ਦੇ ਵਿੱਚ ਇੱਦਾਂ ਲਿਖਿਆ, ਤਾਂ ਤੂੰ ਮੈਂ ਇੱਦਾਂ ਹੀ ਚੱਲਿਆ ਔਰ ਤੂੰ ਮੈਨੂੰ ਬਰਕਤ ਦੇ। ਹਾਲੇਲੂਇਆ। ਯਾਦ ਰੱਖੋ, ਸਾਨੂੰ ਬੁੜਬੁੜਾਉਣ ਦੀ ਜ਼ਰੂਰਤ ਨਹੀਂ ਆ। ਕਿ ਅਗਰ ਦੇਖੋ ਪਹਿਲਾਂ ਬਾਈਬਲ 'ਚ ਇੱਦਾਂ ਲਿਖਿਆ ਵੀ ਹੈਗਾ ਹੈ ਕਿ ਨਹੀਂ, ਔਰ ਸਾਨੂੰ ਬੁੜਬੁੜਾਉਣ ਦੀ ਜ਼ਰੂਰਤ ਨਹੀਂ ਆ ਵੀ ਜਿੱਦਾਂ ਬਾਈਬਲ 'ਚ ਲਿਖਿਆ ਉੱਦਾਂ ਸਾਡੇ ਨਾਲ ਹੋ ਰਿਹਾ ਆ, ਕੋਈ ਦਿੱਕਤ ਨਹੀਂ ਆ। ਉਹ ਬਲ ਦੇਗਾ ਤੁਹਾਨੂੰ ਦੁੱਖਾਂ 'ਚੋਂ ਲੰਘਣ ਦਾ, ਉਹ ਤੁਹਾਨੂੰ ਨੈਕਸਟ ਲੈਵਲ ਤੇ ਲੈ ਕੇ ਜਾਣ ਦੇ ਲਈ ਦੁੱਖਾਂ ਦੇ ਵਿੱਚੋਂ ਲੰਘਾ ਰਿਹਾ ਹੈ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਹਾਡੀ ਸਮਝ ਦੇ ਵਿੱਚ ਵਚਨ ਆ ਰਿਹਾ ਹੈ। ਅੱਜ ਉਹੀ ਲੋਕ ਬੁੜਬੁੜਾਉਂਦੇ ਆ, ਅੱਜ ਉਹੀ ਲੋਕ ਦੁੱਖਾਂ ਨੂੰ ਦੇਖ ਕੇ ਪਰੇਸ਼ਾਨ ਹੁੰਦੇ ਆ, ਤੰਗੀ ਨੂੰ ਦੇਖ ਕੇ ਪਰੇਸ਼ਾਨ ਹੁੰਦੇ ਆ, ਉਮੀਦ ਛੱਡ ਦਿੰਦੇ ਆ, ਹੌਸਲਾ ਛੱਡ ਦਿੰਦੇ ਆ, ਪੂਰਾ ਢਾ ਦਿੰਦੇ ਆ ਆਪਣੇ ਆਪ ਨੂੰ। ਜਿਨ੍ਹਾਂ ਲੋਕਾਂ ਨੂੰ ਵਚਨ ਦਾ ਗਿਆਨ ਨਹੀਂ ਆ, ਜਿਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਨੇ ਬਾਈਬਲ ਨੂੰ ਪੜ੍ਹਿਆ ਨਹੀਂ ਆ, ਉਹ ਕਿੱਦਾਂ ਆਪਣੇ ਆਪ ਨੂੰ ਸਟੈਂਡ ਰੱਖਣਗੇ ਆਤਮਾ ਦੇ ਵਿੱਚ, ਕਿੱਦਾਂ ਆਪਣੇ ਆਪ ਨੂੰ ਖੜਾ ਰੱਖਣਗੇ? ਜਿਨ੍ਹਾਂ ਨੇ ਬਾਈਬਲ ਨੂੰ ਪੜ੍ਹਿਆ ਹੀ ਨਹੀਂ ਆ ਹਾਲੇ ਤੱਕ, ਜਾਂ ਜੇ ਪੜ੍ਹਦੇ ਆ ਤਾਂ ਉੱਪਰੋਂ ਪੜ੍ਹਦੇ ਆ, ਉਹਦੇ ਵੱਲ ਗਹਿਰਾਈ ਦੇ ਵਿੱਚ ਨਹੀਂ ਜਾਂਦੇ ਕਿ ਸਾਡਾ ਜੋ ਸਿਚੁਏਸ਼ਨ ਅੱਜ ਐਟ ਪ੍ਰੈਜ਼ੈਂਟ ਜੋ ਸਾਡੇ ਨਾਲ ਚੱਲਦਾ ਪਿਆ ਆ, ਬਾਈਬਲ 'ਚ ਆਲਰੇਡੀ ਦਰਜ ਹੋਇਆ ਆ। ਬਾਈਬਲ ਦੇ ਵਿੱਚ ਆਲਰੇਡੀ ਲਿਖ ਦਿੱਤਾ ਗਿਆ ਕਿ ਕੋਮਾ ਤੇ ਚੜਾਈ ਕਰੇਗੀ, ਭੁਚਾਲ ਆਉਣਗੇ, ਦੁੱਖ ਆਉਣਗੇ, ਤੰਗੀ ਆਏਗੀ। ਹਾਂ, ਲੋਕਾਂ ਦੇ ਜੀਵਨਾਂ ਦੇ ਵਿੱਚ ਡਰ ਆਏਗਾ, ਆਲਰੇਡੀ ਲਿਖ ਦਿੱਤਾ ਗਿਆ ਆ। ਤੇ ਫਿਰ ਅਸੀਂ ਕਿਉਂ ਘਬਰਾਈਏ? ਅਸੀਂ ਕਿਉਂ ਆਪਣੇ ਵਿਸ਼ਵਾਸ ਨੂੰ ਕਮਜ਼ੋਰ ਕਰੀਏ ਜਦ ਬਾਈਬਲ ਦੇ ਵਿੱਚ ਇਹ ਦਰਜ ਹੋ ਚੁੱਕਾ ਆ ਔਰ ਅਸੀਂ ਸਾਡੀਆਂ ਅੱਖਾਂ ਉਹਨੂੰ ਦੇਖ ਰਹੀਆਂ ਆ ਹੁੰਦਾ? ਤੇ ਫਿਰ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਆ। ਉਹੀ ਇਨਸਾਨ ਨਹੀਂ ਘਬਰਾਏਗਾ ਜਿਹਨੇ ਬਾਈਬਲ ਨੂੰ ਪੜ੍ਹਿਆ ਆ। ਘਬਰਾਏਗਾ ਕਿਹੜਾ ਇਨਸਾਨ? ਜਿਹਨੂੰ ਵਚਨ ਦਾ ਗਿਆਨ ਨਹੀਂ ਹੈ, ਜਿਹਨੇ ਬਾਈਬਲ ਨੂੰ ਪੜ੍ਹਿਆ ਨਹੀਂ ਹੈ। ਯਿਸੂ ਮਸੀਹ ਕਹਿੰਦੇ ਜੇ ਮੈਂ ਨਾ ਹੁੰਦਾ
ਤੇ ਉਹਨਾਂ ਦੇ ਨਾਲ ਨਾ ਗੱਲਾਂ ਕਰਦਾ ਤਾਂ ਉਹਨਾਂ ਦਾ ਪਾਪ ਨਾ ਹੁੰਦਾ। ਪਰ ਹੁਣ ਉਹਨਾਂ ਦੇ ਕੋਲ ਉਹਨਾਂ ਦੇ ਪਾਪ ਦਾ ਕੋਈ ਵੀ ਬਹਾਨਾ ਨਹੀਂ ਆ ਕਿ ਸਾਨੂੰ ਤਾਂ ਦੱਸਿਆ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ, ਸਾਨੂੰ ਤਾਂ ਇਦਾਂ ਦੱਸਿਆ ਗਿਆ ਸੀਗਾ ਮੂਸਾ ਨੇ ਤੇ ਅਸੀਂ ਉਦਾਂ ਹੀ ਚੱਲੇ। ਹਾਲੇਲੂਇਆ। ਔਰ ਅੱਗੇ ਕੀ ਲਿਖਿਆ ਹੈ ਬਾਈਬਲ ਦੇ ਵਿੱਚ? ਲਿਖਿਆ ਜਿਹੜਾ ਮੇਰੇ ਨਾਲ ਵੈਰ ਕਰਦਾ ਆ ਉਹ ਮੇਰੇ ਪਿਤਾ ਨਾਲ ਵੀ ਵੈਰ ਕਰਦਾ ਆ। ਜੇ ਮੈਂ ਉਹਨਾਂ ਦੇ ਵਿੱਚ ਉਹ ਕੰਮ ਨਾ ਕਰਦਾ ਜੋ ਹੋਰ ਕਿਸੇ ਨੇ ਕੀਤੇ ਹੀ ਨਹੀਂ ਆ ਤਾਂ ਉਹਨਾਂ ਦਾ ਪਾਪ ਨਾ ਹੁੰਦਾ। ਹਾਲੇਲੂਇਆ। ਜੋ ਯਿਸੂ ਮਸੀਹ ਨੇ ਕੰਮ ਕੀਤੇ ਆ, ਕਹਿੰਦੇ ਅਗਰ ਮੈਂ ਨਾ ਕਰਦਾ ਜਿਹੜੇ ਮੇਰੇ ਤੋਂ ਪਹਿਲਾਂ ਕਿਸੇ ਨੇ ਕੀਤੇ ਹੀ ਨਹੀਂ ਆ, ਤੇ ਕਹਿੰਦੇ ਉਹਨਾਂ ਦਾ ਪਾਪ ਨਾ ਹੁੰਦਾ। ਯਿਸੂ ਮਸੀਹ ਨੇ ਕੰਮ ਕੀਤੇ ਤੇ ਬਹੁਤ ਲੋਕਾਂ ਨੇ ਯਿਸੂ ਮਸੀਹ ਦੇ ਉੱਪਰ ਭਰੋਸਾ ਕੀਤਾ, ਵਿਸ਼ਵਾਸ ਕੀਤਾ, ਆਪਣਾ ਜੀਵਨ ਦਿੱਤਾ ਖੁਦਾ ਨੂੰ। ਹਾਲੇਲੂਇਆ। ਅਗਰ ਪਤਰਸ, ਪੌਲੁਸ ਹੁਣੇ ਅਗਰ ਨਾ ਯਿਸੂ ਮਸੀਹ ਦੇ ਨਾਲ ਰਹਿੰਦੇ, ਯਹੋਨਾ ਹੁਣੇ ਨਾਲ ਨਾ ਰਹਿੰਦੇ ਔਰ ਕੰਮ ਨਾ ਦੇਖਦੇ ਤਾਂ ਕਿੱਦਾਂ ਵਿਸ਼ਵਾਸ ਕਰਦੇ ਹੋ? ਮੁਰਦਾ ਜ਼ਿੰਦਾ ਹੁੰਦਾ ਹੋਇਆ ਅਗਰ ਨਾ ਦੇਖਦੇ ਹੋ, ਕਿਉਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਕਿ ਯਿਸੂ ਮਸੀਹ ਕੌਣ ਆ? ਹਾਲੇਲੂਇਆ। ਜ਼ਿੰਦਗੀ ਦੇ ਵਿੱਚ ਕੰਮਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ, ਗਵਾਹੀਆਂ ਦਾ ਉਤਪੰਨ ਹੋਣਾ ਵੀ ਬਹੁਤ ਜ਼ਰੂਰੀ ਆ। ਅਗਰ ਤੁਹਾਡੇ ਜੀਵਨ 'ਚ ਗਵਾਹੀਆਂ ਪੈਦਾ ਹੋ ਰਹੀਆਂ ਤੇ ਇਹਦਾ ਮਤਲਬ ਤੁਸੀਂ ਸਹੀ ਰੀਤੀ ਦੇ ਨਾਲ ਚੱਲਦੇ ਪਏ। ਅਗਰ ਤੁਸੀਂ ਗਵਾਹੀਆਂ ਨੂੰ ਛੁਪਾ ਰਹੇ ਆ ਤੇ ਵੀ ਪਾਪ ਆ, ਕਿਉਂਕਿ ਯਿਸੂ ਮਸੀਹ ਤੁਹਾਡੇ ਜੀਵਨ 'ਚ ਗਵਾਹੀ ਕਿਉਂ ਪੈਦਾ ਕਰਦਾ ਕਿ ਤੁਸੀਂ ਮੇਰੇ ਗਵਾਹੀ ਲੋਕਾਂ ਨੂੰ ਦੱਸੋ ਕਿ ਯਿਸੂ ਮਸੀਹ ਨੇ ਮੇਰੇ ਜੀਵਨ 'ਚ ਐਦਾਂ ਦੇ ਕੰਮ ਕੀਤੇ ਆ, ਆਹ ਵਾਲਾ ਕੰਮ ਕੀਤਾ, ਮੈਨੂੰ ਯਿਸੂ ਨੇ ਆਹ ਬਰਕਤ ਦਿੱਤੀ ਆ, ਮੇਰੇ ਯਿਸੂ ਨੇ ਉਹ ਬਰਕਤ ਦਿੱਤੀ ਹੈ। ਗਵਾਹੀ ਨੂੰ ਛੁਪਾਉਣਾ ਵੀ ਇੱਕ ਪਾਪ ਆ। ਫੋਰ ਐਗਜ਼ਾਮਪਲ, ਮੇਰੇ ਅੰਦਰ ਕੋਈ ਕਮੀ ਹੋਵੇ, ਮੈਂ ਕਿਸੇ ਵੀ ਉਲਝਣ ਦੇ ਨਾਲ ਉਲਝਦਾ ਹੋਵਾਂ ਔਰ ਮੈਂ ਖੁਦਾ ਦੇ ਅੱਗੇ ਦੁਆ ਕਰਾਂ, ਹਨਾ, ਮੇਰੇ ਵਾਂਗੂ ਹੋਰ ਵੀ ਕੋਈ ਏਦਾਂ ਹੀ ਉਲਝਣਾਂ ਦੇ ਵਿੱਚ ਫਸਿਆ ਹੋਵੇ ਜਾਂ ਪਰੇਸ਼ਾਨੀਆਂ ਦੇ ਵਿੱਚ ਹੋਵੇ ਔਰ ਉਹ ਵੀ ਦੁਆ ਕਰਦਾ ਹੋਵੇ ਔਰ ਮੇਰੀ ਦੁਆ ਸੁਣ ਲਈ ਜਾਵੇ ਔਰ ਖੁਦਾ ਮੈਨੂੰ ਬਲ ਦੇਵੇ ਉਹਨਾਂ ਉਲਝਣਾਂ ਤੋਂ ਪਾਰ ਲੰਘਣ ਦਾ, ਔਰ ਮੈਂ ਜੇ ਗਵਾਹੀ ਦਵਾਂ ਤੇ ਬਾਕੀ ਸੁਣਨ ਵਾਲਿਆਂ ਦਾ ਵੀ ਵਿਸ਼ਵਾਸ ਵਧੇਗਾ ਕਿ ਜੇ ਪ੍ਰਭੂ ਨੇ ਇਹਨੂੰ ਛੁਟਕਾਰਾ ਦਿੱਤਾ ਤੇ ਮੈਨੂੰ ਵੀ ਛੁਟਕਾਰਾ ਦੇਗਾ ਇੱਕ ਦਿਨ। ਪਰ ਜੇ ਮੈਂ ਗਵਾਹੀ ਛੁਪਾ ਲਵਾਂ ਤੇ ਉਹ ਲੋਕ ਏਦਾਂ ਹੀ ਬੰਧਨ ਦੇ ਵਿੱਚ ਰਹਿਣਗੇ। ਜੇ ਮੈਂ ਗਵਾਹੀ ਛੁਪਾ ਲਵਾਂ ਖੁਦਾ ਨੇ ਜੋ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ, ਯਾਦ ਰੱਖਣਾ ਇਸ ਗੱਲ ਨੂੰ, ਸਮਝਣਾ ਇਸ ਗੱਲ ਨੂੰ ਕਿ ਖੁਦਾ ਦੇ ਗਵਾਹ ਬਣਨਾ ਕਿੰਨਾ ਜ਼ਰੂਰੀ ਹੈ। ਹਾਲੇਲੂਇਆ। ਗਵਾਹੀ ਨੂੰ ਛੁਪਾਉਣਾ ਨਹੀਂ ਆ, ਗਵਾਹੀ ਨੂੰ ਜ਼ਾਹਿਰ ਕਰਨਾ ਆ। ਇਹ ਕੋਈ ਛੋਟੀ ਗੱਲ ਨਹੀਂ ਆ ਕਿ ਯਿਸੂ ਮਸੀਹ ਦੀ ਨਜ਼ਰ ਤੁਹਾਡੇ ਉੱਪਰ ਪਵੇ, ਇਹ ਕੋਈ ਛੋਟੀ ਗੱਲ ਨਹੀਂ ਆ। ਕਹਿੰਦੇ ਜੇ ਉਹਨਾਂ ਨੇ ਮੇਰੇ ਨਾਲ ਵੈਰ ਕੀਤਾ ਤੇ ਮੇਰੇ ਪਿਤਾ ਦੇ ਨਾਲ ਵੀ ਵੈਰ ਕੀਤਾ ਹੈ। ਔਰ ਅੱਗੇ ਲਿਖਿਆ, ਕਹਿੰਦੇ ਜੇ ਮੈਂ ਉਹਨਾਂ ਦੇ ਵਿੱਚ ਉਹ ਕੰਮ ਨਾ ਕਰਦਾ ਜੋ ਹੋਰ ਕਿਸੇ ਨੇ ਕੀਤੇ ਹੀ ਨਹੀਂ ਆ ਤਾਂ ਉਹਨਾਂ ਦਾ ਪਾਪ ਨਾ ਹੁੰਦਾ। ਪਰ ਹੁਣ ਤਾਂ ਉਹਨਾਂ ਨੇ ਮੈਨੂੰ ਅਤੇ ਨਾਲੇ ਮੇਰੇ ਪਿਤਾ ਨੂੰ ਵੇਖਿਆ ਤੇ ਸਾਡੇ ਨਾਲ ਵੀ ਵੈਰ ਕੀਤਾ ਹੈ। ਲੋਕ ਯਿਸੂ ਮਸੀਹ ਨੂੰ ਜਦੋਂ ਗ੍ਰੰਥੀ ਫਰੀਸੀ, ਜਦੋਂ ਯਿਸੂ ਮਸੀਹ ਸੱਚਾਈ ਦੱਸਦੇ ਸੀਗੇ, ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਚੱਲਣਾ ਦੱਸਦੇ ਸੀਗੇ, ਉਹ ਵਿਰੋਧ ਕਰਦੇ ਸੀਗੇ ਖੁਦਾਵੰਦ ਦਾ। ਉਹ ਵੈਰੀ ਬਣ ਗਏ ਸੀਗੇ ਯਿਸੂ ਮਸੀਹ ਦੇ। ਕਈ ਵਾਰ ਤਾਂ ਇੱਕ ਵਾਰ ਤਾਂ ਪਹਾੜ ਤੋਂ ਥੱਲੇ ਸੁੱਟਣ ਦੇ ਲਈ ਵੀ ਯਿਸੂ ਮਸੀਹ ਨੂੰ ਤਿਆਰ ਹੋ ਗਏ ਸੀਗੇ ਕਿ ਇਹਨੂੰ ਪਹਾੜ ਤੋਂ ਨੀਚੇ ਸੁੱਟ ਕੇ ਹੀ ਮਾਰ ਦੇਣਾ ਹੈ। ਹਾਲੇਲੂਇਆ। ਔਰ ਅੱਗੇ ਲਿਖਿਆ, ਕਹਿੰਦੇ ਪਰ ਇਹ ਇਸ ਲਈ ਹੋਇਆ ਆ ਕਿ ਉਹ ਵਚਨ ਪੂਰਾ ਹੋਵੇ ਜਿਹੜਾ ਉਹਨਾਂ ਦੀ ਸ਼ਰ੍ਹਾ ਦੇ ਵਿੱਚ ਲਿਖਿਆ ਹੋਇਆ ਮੋਸਿਸ ਦੇ ਟਾਈਮ ਦਾ, ਕਿ ਉਹਨਾਂ ਤਿਗਾਣੇ ਮੇਰੇ ਦੇ ਨਾਲ ਵੈਰ ਕੀਤਾ ਆ। ਬੋਲੋ ਹਾਲੇਲੂਇਆ। ਯਿਸੂ ਮਸੀਹ ਨੂੰ ਪਤਾ ਸੀਗਾ ਨਾ ਕਿ ਉਹਨਾਂ ਨੇ ਤਿਗਾਣੇ ਮੇਰੇ ਨਾਲ ਵੈਰ ਕੀਤਾ, ਲਿਖਿਆ ਹੋਇਆ ਬਾਈਬਲ ਦੇ ਵਿੱਚ। ਪਰ ਜੇ ਹੁਣ ਉਹ ਐਟ ਪ੍ਰੈਜ਼ੈਂਟ ਵੈਰ ਕਰਦੇ ਪਏ ਆ ਤੇ ਹੜਬੜਾਉਣ ਦੀ ਜ਼ਰੂਰਤ ਨਹੀਂ ਆ। ਜਦ ਪਤਾ ਵਚਨ ਤਾਂ ਪੂਰਾ ਹੋਣਾ ਹੀ ਹੋਣਾ ਹੈ। ਜੇ ਮੋਸਿਸ ਦੇ ਟਾਈਮ ਦਾ ਵਚਨ ਪੂਰਾ ਹੋਇਆ ਆ ਤੇ ਆ ਜੋ ਲਿਖਿਆ ਹੋਇਆ ਆ ਜਾਂ ਚੱਲ ਰਿਹਾ ਸਮਾਂ ਆ, ਇਹਦੇ ਵਿੱਚ ਵੀ ਇਹ ਵਚਨ ਪੂਰਾ ਹੋਣਾ ਆ ਜੋ ਲਿਖਿਆ ਆ ਤੁਹਾਡੇ ਮੇਰੇ ਬਾਰੇ, ਸਮੇਂ ਦੇ ਬਾਰੇ, ਮੌਸਮ ਦੇ ਬਾਰੇ, ਧਰਤੀ ਦੇ ਬਾਰੇ, ਆਕਾਸ਼ ਦੇ ਬਾਰੇ। ਬਾਈਬਲ ਤਾਂ ਇਹ ਇੱਥੋਂ ਤੱਕ ਕਹਿੰਦਾ ਕਿ ਅੰਤ ਦੇ ਸਮੇਂ 'ਚ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣੀਆਂ ਆ। ਅੱਜ ਜ਼ੋਰ ਨਾਲ ਬੱਦਲ ਗਰਜੇ ਤਾਂ ਲੋਕ ਡਰ ਜਾਂਦੇ ਆ। ਤੁਸੀਂ ਉਸ ਸਮੇਂ ਨੂੰ ਕਿੱਦਾਂ ਸਹਿ ਸਕਦੇ ਆ? ਤੁਸੀਂ ਉਸ ਸਮੇਂ ਨੂੰ ਕਿੱਦਾਂ ਬਰਦਾਸ਼ਤ ਕਰੋਗੇ ਜਦੋਂ ਥਾਂ ਥਾਂ ਤੇ ਭੁਚਾਲ ਆਉਣੇ ਆ, ਜਦੋਂ ਕਾਲ ਪੈਣਾ ਆ? ਹਲੇ ਤੱਕ ਕਿਤੇ ਕਾਲ ਦਾ ਹਲੇ ਤੱਕ ਸੁਣਨ ਦੇ ਵਿੱਚ ਨਹੀਂ ਆ ਰਿਹਾ। ਹੋ ਸਕਦਾ ਕਿਤੇ ਪਿਆ ਵੀ ਹੋਵੇ, ਸਾਡੇ ਤੱਕ ਖਬਰ ਨਾ ਪਹੁੰਚੀ ਹੋਵੇ। ਪਰ ਤੁਸੀਂ ਦੇਖੋ ਵਚਨ ਪੂਰਾ ਹੋਣਾ ਆ ਜੋ ਬਾਈਬਲ ਦੇ ਵਿੱਚ ਲਿਖਿਆ ਹੋਇਆ। ਚਾਹੇ ਦੁੱਖ ਦੇਣ ਦੇ ਬਾਰੇ ਲਿਖਿਆ ਹੋਵੇ, ਚਾਹੇ ਪਰੇਸ਼ਾਨ ਹੋਣ ਦੇ ਬਾਰੇ ਲਿਖਿਆ ਹੋਵੇ, ਚਾਹੇ ਡਿੱਗ ਕੇ ਖੜੇ ਹੋਣ ਦੇ ਬਾਰੇ ਲਿਖਿਆ ਹੋਵੇ, ਇੱਕ ਇਨਸਾਨ ਦੇ ਲਈ ਉਹ ਜ਼ਰੂਰ ਉਹਦੇ ਜੀਵਨ ਦੇ ਵਿੱਚ ਪੂਰਾ ਹੋਣਾ ਹੈ। ਵਚਨ ਤੋਂ ਬਿਨਾ ਇਨਸਾਨ ਸਵਰਗ ਤੱਕ ਪਹੁੰਚ ਨਹੀਂ ਸਕਦਾ, ਵਚਨ ਨੂੰ ਪੂਰੇ ਕੀਤੇ ਬਿਨਾ।
ਅਗਰ ਦੁੱਖ ਦੇ ਵਿੱਚੋਂ ਲੰਘਣ ਦੇ ਲਈ ਕਿਹਾ ਆ ਤੇ ਦੁੱਖ ਦੇ ਵਿੱਚੋਂ ਲੰਘ ਕੇ ਹੀ ਸਵਰਗ ਤੱਕ ਪਹੁੰਚਣਾ ਆ, ਬਿਨਾਂ ਲੰਘੇ ਨਹੀਂ। ਚਾਹੇ ਤੁਸੀਂ ਪਾਸਟਰ ਸਾਹਿਬ ਦੇ ਬੇਟੇ ਬੇਟੀਆਂ ਕਿਉਂ ਨਾ ਹੋਵੋ, ਯਾਦ ਰੱਖਣਾ ਮੇਰੀ ਗੱਲ। ਚਾਹੇ ਤੁਸੀਂ ਮੇਨ ਵਰਸ਼ਿਪਰ ਕਿਉਂ ਨਾ ਹੋਵੋ, ਚਾਹੇ ਤੁਸੀਂ ਬਹੁਤ ਵੱਡੇ ਮਜੀਸ਼ੀਅਨ ਕਿਉਂ ਨਾ ਹੋਵੋ, ਜੇ ਬਾਈਬਲ ਦੁੱਖਾਂ ਦੇ ਵਿੱਚੋਂ ਲੰਘ ਕੇ ਜਾਣ ਦੇ ਲਈ ਕਹਿੰਦਾ, ਇਸ ਲਈ ਕਹਿੰਦਾ ਨਾ ਭੀੜਾ ਰਾਹ ਆ ਸਵਰਗ ਨੂੰ ਜਾਣ ਵਾਲਾ, ਦੁੱਖਾਂ ਦੇ ਵਿੱਚੋਂ ਲੰਘਣ ਵਾਲਾ ਰਾਹ ਆ, ਤਾਂ ਫਿਰ ਉਹਦੇ ਵਿੱਚੋਂ ਦੀ ਸਾਨੂੰ ਲੰਘ ਕੇ ਹੀ ਜਾਣਾ ਪੈਣਾ ਹੈ। ਹਾਲੇਲੂਇਆ। ਬਿਨਾਂ ਉਹਦੇ ਵਿੱਚੋਂ ਲੰਘੇ ਅਸੀਂ ਜਾ ਨਹੀਂ ਸਕਦੇ। ਦੁੱਖਾਂ ਨੂੰ ਐਕਸਪੀਰੀਅੰਸ ਕੀਤੇ ਬਿਨਾਂ, ਪਰੇਸ਼ਾਨੀਆਂ ਨੂੰ ਐਕਸਪੀਰੀਅੰਸ ਕੀਤੇ ਬਿਨਾਂ ਅਸੀਂ ਸਵਰਗ ਤੱਕ ਨਹੀਂ ਪਹੁੰਚ ਸਕਦੇ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਤੁਹਾਡੀ ਸਮਝ ਦੇ ਵਿੱਚ ਆ ਰਿਹਾ ਆ। ਕਹਿੰਦੇ ਲਿਖਿਆ ਹੋਇਆ ਆ ਬਾਈਬਲ ਦੇ ਵਿੱਚ, ਆਲਰੇਡੀ ਕੀਤੇ ਗਾਣੇ ਮੇਰੇ ਨਾਲ ਵੈਰ ਕੀਤਾ ਉਹਨਾਂ ਨੇ, ਔਰ ਜੇ ਹੁਣ ਕਰਦੇ ਪਏ ਤਾਂ ਮਤਲਬ ਵਚਨ ਪੂਰਾ ਹੋ ਰਿਹਾ ਕਿ ਮੈਂ ਸਹੀ ਚੱਲਦਾ ਪਿਆ। ਕਿ ਅਗਰ ਬਾਈਬਲ ਤੁਹਾਡੇ ਬਾਰੇ ਵੀ ਮੇਰੇ ਬਾਰੇ ਵੀ ਇਦਾਂ ਲਿਖਦਾ ਆ ਬਾਈਬਲ 'ਚ ਕਿ ਅਗਰ ਇੱਕ ਵਿਸ਼ਵਾਸੀ ਆ ਉਹ ਵਿਸ਼ਵਾਸ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਆਹ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ, ਤੇ ਜਦੋਂ ਉਹ ਮਾਹੌਲ ਆਵੇ ਤੇ ਫਿਰ ਸਾਨੂੰ ਖੁਸ਼ੀ ਮਨਾਉਣ ਦੀ ਜ਼ਰੂਰਤ ਹੈ ਕਿ ਮੈਂ ਬਾਈਬਲ ਦੇ ਅਨੁਸਾਰ ਸਹੀ ਚੱਲਦਾ ਪਿਆ। ਹਾਲੇਲੂਇਆ। ਤੁਸੀਂ ਦੇਖੋ ਕਿ ਅਗਰ ਤੁਸੀਂ ਪਵਿੱਤਰਤਾ ਦੇ ਵਿੱਚ ਚੱਲਦੇ ਪਏ ਆ ਤੇ ਸ਼ੈਤਾਨ ਤੁਹਾਡੀ ਪਵਿੱਤਰਤਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਔਰ ਜਦੋਂ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਮਝ ਜਾਣਾ ਕਿ ਤੁਸੀਂ ਸਹੀ ਚੱਲਦੇ ਪਏ ਆ। ਕਿਉਂਕਿ ਜੇ ਗਲਤ ਚੱਲਦੇ ਹੋਵੋ ਤਾਂ ਕਿਉਂ ਪਰੇਸ਼ਾਨ ਕਰੇ, ਕਿਉਂਕਿ ਉਹ ਤਾਂ ਆਲਰੇਡੀ ਤੁਸੀਂ ਉਹਦਾ ਕੰਮ ਕਰ ਹੀ ਰਹੇ ਆ ਸ਼ੈਤਾਨ ਦਾ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਮਝ ਆ ਰਹੀ ਹੈ, ਕਿਉਂਕਿ ਹੁਣ ਅਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ, ਪਰ ਧਰਤੀ ਦੇ ਉੱਪਰ ਰਹਿੰਦਿਆਂ ਤੁਸੀਂ ਕੋਈ ਵੀ ਬਹਾਨਾ ਲਗਾ ਸਕਦੇ ਹੋ, ਪਰ ਉਸ ਟਾਈਮ ਨਹੀਂ ਬਹਾਨਾ ਚੱਲੇਗਾ। ਤੁਸੀਂ ਦੁਆ ਦੇ ਵਿੱਚ ਪ੍ਰਭੂ ਨੂੰ ਕੋਈ ਬਹਾਨਾ ਨਹੀਂ ਲਗਾ ਸਕਦੇ ਵਚਨ ਤੋਂ ਬਾਹਰ ਆ ਕੇ। ਬਾਈਬਲ ਕਹਿੰਦਾ ਤੂੰ ਮੇਰੇ ਤੇ ਭਰੋਸਾ ਕਰ, ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਹਨ। ਇਨਸਾਨ ਦੇ ਉੱਤੇ ਭਰੋਸਾ ਰੱਖਣ ਵਾਲਾ ਮੂਰਖ ਹੈ, ਔਰ ਪ੍ਰਭੂ ਤੇ ਭਰੋਸਾ ਰੱਖਣ ਵਾਲਾ ਬੰਦਾ ਮੁਬਾਰਕ ਹੈ। ਬਾਈਬਲ ਕਹਿੰਦਾ ਮੈਂ ਮੁਹੱਈਆ ਕਰਵਾਉਣ ਵਾਲਾ ਪਰਮੇਸ਼ਵਰ ਹਾਂ। ਹਾਲੇਲੂਇਆ। ਤੇ ਫਿਰ ਸਾਨੂੰ ਆਪਣੇ ਸਮਝ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਕਿੱਦਾਂ ਪਰਿਵਾਰ ਨੂੰ ਪਾਲਣਾ ਆ, ਤੇ ਮੈਂ ਕਿੱਦਾਂ ਆਪਣਾ ਫਿਊਚਰ ਸੈੱਟ ਕਰਨਾ ਆ, ਤੇ ਮੈਂ ਕਿੱਦਾਂ ਆਉਣ ਵਾਲੇ ਸਮੇਂ ਨੂੰ ਬਲੈਸ ਕਰਨਾ ਹੈ। ਸਾਨੂੰ ਆਪਣੇ ਦਿਮਾਗ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਖੁਦਾਵੰਦ ਦੇ ਉੱਪਰ ਭਰੋਸਾ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਇਸ ਗੱਲ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਆ, ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਆ। ਜੇ ਬਾਈਬਲ ਦੀ ਗਹਿਰਾਈ ਪਤਾ ਆ, ਬਾਈਬਲ ਦੇ ਵਚਨ ਦਾ ਗਿਆਨ ਪਤਾ ਆ, ਬਾਈਬਲ ਦਾ ਗਿਆਨ ਆ, ਤਾਂ ਤੁਸੀਂ ਆਪਣਾ ਬਚਾਅ ਕਰ ਸਕਦੇ ਆ, ਤਾਂ ਤੁਸੀਂ ਸਹੀ ਰੀਤੀ ਦੇ ਨਾਲ ਚੱਲ ਸਕਦੇ ਆ, ਤਾਂ ਤੁਸੀਂ ਆਪਣਾ ਔਰ ਆਪਣੇ ਪਰਿਵਾਰ ਦਾ ਬਚਾਅ ਕਰ ਸਕਦੇ ਆ। ਸੁਣੋਗੇ ਬਾਈਬਲ ਕੀ ਕਹਿੰਦਾ। ਕਹਿੰਦੇ ਪਰ ਜਾਂ ਉਹ ਸਹਾਇਕ ਆਵੇ ਜਿਹਨੂੰ ਮੈਂ ਤੁਹਾਡੇ ਕੋਲ ਪਿਤਾ ਦੀ ਵੱਲੋਂ ਘੱਲਾਂਗਾ, ਅਰਥਾਤ ਸੱਚਾਈ ਦਾ ਆਤਮਾ ਜਿਹੜਾ ਪਿਤਾ ਦੇ ਵੱਲੋਂ ਨਿਕਲਦਾ ਆ, ਤਾਂ ਉਹ ਮੇਰੇ ਹੱਕ ਦੇ ਵਿੱਚ ਗਵਾਹੀ ਦਊਗਾ। ਕਿ ਤੁਸੀਂ ਪਵਿੱਤਰ ਆਤਮਾ ਦੇ ਨਾਲ ਭਰੇ ਪਏ ਆ, ਫਿਰ ਅਸੀਂ ਉਹਦੇ ਹੱਕ 'ਚ ਗਵਾਹੀ ਕਿਉਂ ਨਹੀਂ ਦਿੰਦੇ ਕਿ ਮੈਨੂੰ ਯੀਸ਼ੂ ਨੇ ਚੰਗਾ ਕੀਤਾ, ਮੇਰਾ ਰੁਕੇ ਕੰਮ ਯੀਸ਼ੂ ਨੇ ਬਣਾ ਦਿੱਤੇ, ਮੇਰੀ ਆਹ ਪ੍ਰੋਬਲਮ ਤੋਂ ਮੈਨੂੰ ਯੀਸ਼ੂ ਨੇ ਚੰਗਾ ਕਰ ਦਿੱਤਾ। ਅਗਰ ਅਸੀਂ ਤੁਹਾਨੂੰ ਲੱਗਦਾ ਕਿ ਸ਼ਾਇਦ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਆ, ਪਰ ਜੇ ਤੁਸੀਂ ਗਵਾਹੀ ਛੁਪਾ ਕੇ ਬੈਠੇ ਪਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਪਵਿੱਤਰ ਆਤਮਾ ਦੀ ਗੱਲਾਂ ਨੂੰ ਤੁਸੀਂ ਮੰਨਦੇ ਪਏ ਆ। ਤੁਹਾਨੂੰ ਸ਼ਾਇਦ ਲੱਗਦਾ ਹੋਵੇ ਕਿ ਤੁਸੀਂ ਪਵਿੱਤਰ ਆਤਮਾ ਪਾਏ ਹੋ। ਦੇਖੋ ਤਾਂ ਬਾਈਬਲ ਕੀ ਕਹਿੰਦਾ, ਕਹਿੰਦੇ ਅਰਥਾਤ ਜਦੋਂ ਸੱਚਾਈ ਦਾ ਆਤਮਾ ਜਿਹੜਾ ਪਿਤਾ ਦੇ ਵੱਲੋਂ ਨਿਕਲਦਾ ਆ ਤਾਂ ਉਹ ਮੇਰੇ ਹੱਕ ਦੇ ਵਿੱਚ ਗਵਾਹੀ ਦੇਵੇਗਾ। ਅੱਜ ਅਸੀਂ ਕੀ ਗਵਾਹੀ ਦਿੰਦੇ ਹਾਂ? ਕਿੰਨੇ ਸਾਲ ਹੋ ਗਏ ਸਾਨੂੰ ਪ੍ਰਭੂ ਦੇ ਵਿੱਚ ਆਇਆ ਨੂੰ। ਮੈਂ ਇਹ ਬਲੀਵ ਕਰਦਾ ਕਿ ਬਿਨਾਂ ਗਵਾਹੀ ਤੋਂ ਕੋਈ ਨਹੀਂ ਚਰਚ ਰੈਗੂਲਰ ਆਉਂਦਾ, ਬਿਨਾਂ ਗਵਾਹੀ ਤੋਂ ਕੋਈ ਨਹੀਂ ਲੰਬੇ ਸਮੇਂ ਤੱਕ ਚੱਲਦਾ। ਗਵਾਹੀਆਂ ਪੈਦਾ ਹੁੰਦੀਆਂ ਆ, ਪਰ ਮੈਂ ਕਹਿੰਦਾ ਫਿਰ ਵੀ ਉਹ ਰਹਿਮ ਕਰਤਾ ਆ ਜਿਹੜਾ ਕਿ ਜੀਵਨਾਂ ਦੇ ਵਿੱਚ ਕੰਮ ਕਰੀ ਜਾ ਰਿਹਾ ਆ ਅੱਜ ਵੀ। ਜੇ ਤੁਸੀਂ ਗਵਾਹੀ ਵੀ ਨਹੀਂ ਦਿੰਦੇ ਆ ਪਰ ਉਸ ਸਮੇਂ ਕੀ ਜਵਾਬ ਦੋਗੇ? ਕਿਉਂਕਿ ਮੈਂ ਇਹ ਬਲੀਵ ਕਰਦਾ ਆ ਕਿ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਚਿੰਨ ਚਮਤਕਾਰ ਜਾਂ ਕੰਮ ਉਦੋਂ ਹੀ ਕਰਦਾ, ਕਿਉਂ ਕਰਦਾ ਆ ਕਿ ਉਹ ਇਨਸਾਨ ਮੇਰਾ ਗਵਾਹ ਬਣੇ, ਦੂਸਰੇ ਲੋਕਾਂ ਨੂੰ ਮੋਟੀਵੇਟ ਕਰਨ ਦੇ ਲਈ, ਦੂਸਰੇ ਲੋਕਾਂ ਨੂੰ ਸ਼ੈਤਾਨ ਦੇ ਨਾਲ ਲੜਨ ਦੇ ਲਈ, ਉਹਦਾ ਸਾਹਮਣਾ ਕਰਨ ਦੇ ਲਈ ਔਰ ਜਿੱਤਣ ਦੇ ਲਈ ਬਲ ਮਿਲੇ। ਗਵਾਹੀ ਦੇਣ ਦਾ ਮਕਸਦ ਇਹ ਹੁੰਦਾ ਹੈ ਕਿ ਯਿਸੂ ਮਸੀਹ ਨੇ ਜੇਕਰ ਇਹਦੇ ਜੀਵਨ 'ਚ ਕੰਮ ਕੀਤਾ ਤੇ ਮੇਰੇ ਜੀਵਨ 'ਚ ਵੀ ਕੰਮ ਕਰੇਗਾ। ਲੋਕਾਂ ਦਾ ਜਿਹੜਾ ਬਿਲੀਵ ਆ ਖੁਦਾਵੰਦ ਦੇ ਉੱਪਰ ਹੁੰਦਾ ਹੈ। ਲਿਖਿਆ ਅਤੇ ਤੁਸੀਂ ਵੀ ਗਵਾਹ ਹੋ ਕਿਉਂਕਿ ਤੁਸੀਂ ਮੁੱਢੋਂ ਮੇਰੇ ਨਾਲ ਰਹੇ ਆ। ਉਸ ਸਮੇਂ ਗੱਲ ਕਰਦੇ ਉਸ ਸਮੇਂ ਦੇ ਲੋਕਾਂ ਦੇ ਨਾਲ, ਚੇਲਿਆਂ ਦੇ ਨਾਲ। ਹਾਲੇਲੂਇਆ। ਤੇ ਸਾਨੂੰ ਕਿੰਨਾ ਸਮਝਣ ਦੀ ਜ਼ਰੂਰਤ ਹੈ। ਮੈਂ ਤੁਹਾਨੂੰ ਦੱਸਿਆ ਅੱਜ ਅਸੀਂ ਬਹਾਨਾ ਲਗਾ ਸਕਦੇ ਹਾਂ, ਪਰ ਉਸ ਸਮੇਂ ਨਹੀਂ ਬਹਾਨਾ ਲੱਗਣਾ। ਜਦੋਂ ਦੁੱਖ ਇਨਸਾਨ ਦੇ ਜੀਵਨ 'ਚ ਆ ਗਏ, ਪਰੇਸ਼ਾਨੀਆਂ ਇਨਸਾਨ ਦੇ ਜੀਵਨ ਦੇ ਵਿੱਚ ਆ ਗਈਆਂ ਤੇ ਉਦੋਂ ਫਿਰ ਕੋਈ ਬਹਾਨਾ ਨਹੀਂ ਲੱਗਣਾ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰਜ਼ੇ ਦੇ ਹੇਠ ਆ ਗਏ ਆ, ਜਾਂ ਤੁਸੀਂ ਕਿਸੇ ਦੇ ਪੈਸੇ ਦੇਣੇ ਆ, ਔਰ ਤੁਸੀਂ ਚਰਚ ਨਾ ਆਉਣ ਦੇ ਕਰਕੇ ਕਿ ਨਹੀਂ ਉਸ ਦਿਨ ਵੀ ਮੈਂ ਕਮਾਈ ਕਰਾਂ ਕਿਉਂਕਿ ਮੈਂ ਕਰਜ਼ਾ ਲਾਉਣਾ ਆ, ਇਹ ਬਹਾਨਾ ਖੁਦਾ ਦੇ ਅੱਗੇ ਬਿਲਕੁਲ ਵੀ ਨਹੀਂ ਚੱਲੇਗਾ। ਇਹ ਬਹਾਨਾ ਖੁਦਾ ਦੇ ਅੱਗੇ ਬਿਲਕੁਲ ਵੀ ਨਹੀਂ ਚੱਲੇਗਾ। ਖੁਦਾ ਤੁਹਾਡੇ ਲਈ ਇੰਤਜ਼ਾਮ ਕਰਨ ਵਾਲਾ ਹੈ। ਬਸ ਉਹ ਕਿਸ ਇਨਸਾਨ ਦੇ ਲਈ ਇੰਤਜ਼ਾਮ ਕਰਦਾ? ਜਿਹੜਾ ਵਫਾਦਾਰ ਹੈ ਵਚਨ ਨੂੰ ਪੂਰਾ ਕਰਨ ਦੇ ਵਿੱਚ। ਇਹ ਨਹੀਂ ਕਿ ਤੁਸੀਂ ਵਚਨ ਨੂੰ ਤੋੜੋ ਤੇ ਫਿਰ ਖੁਦਾ ਦੇ ਅੱਗੇ ਬਹਾਨੇ ਲਗਾਓ ਕਿ ਪ੍ਰਭੂ ਮੇਰੀ ਆਹ ਮਜਬੂਰੀ ਸੀ, ਪ੍ਰਭੂ ਮੇਰੀ ਆਹ ਦਿੱਕਤ ਸੀ, ਆਹ ਪਰੇਸ਼ਾਨੀ ਸੀਗੀ, ਗੈਸਟ ਆ ਗਏ ਸੀਗੇ ਤਾਂ ਨਹੀਂ ਚਰਚ ਆ ਹੋਇਆ, ਗੈਸਟਾਂ ਦੇ ਚਲੇ ਗਏ ਸੀਗੇ ਤਾਂ ਚਰਚ ਨਹੀਂ ਆ ਹੋਇਆ। ਨਹੀਂ, ਇਹ ਵਾਲੇ ਬਹਾਨੇ ਜਿਹੜੇ ਆ ਤੁਸੀਂ ਧਰਤੀ ਦੇ ਉੱਪਰ ਹੀ ਲਗਾ ਸਕਦੇ। ਸ਼ਾਇਦ ਤੁਹਾਨੂੰ ਸੁਣਨ ਦੇ ਵਿੱਚ ਅਜੀਬ ਲੱਗੇ, ਪਰ ਇਹ ਸੱਚਾਈ ਆ। ਬਰਕਤਾਂ ਸ਼ੈਤਾਨ ਰੋਕਣ ਦੇ ਲਈ ਤੁਹਾਨੂੰ ਛੋਟੇ ਛੋਟੇ ਦਾਅ ਪੇਚਾਂ ਦੇ ਵਿੱਚ ਹੀ ਫਸਾਏਗਾ। ਸਭ ਤੋਂ ਪਹਿਲਾਂ ਆਤਮਾ ਦੀ ਪਰਖ ਕਰਨ ਦਾ ਵਰਦਾਨ ਜਿਹੜਾ ਉਹਦੇ ਨਾਲ ਭਰੋ, ਤਾਂ ਜੋ ਤੁਹਾਨੂੰ ਪਤਾ ਲੱਗੇ ਸ਼ੈਤਾਨ ਕਿੱਥੇ ਚਾਲ ਚੱਲਦਾ ਹੈ, ਕਿੱਥੇ ਉਹ ਤੁਹਾਨੂੰ ਪਰੇਸ਼ਾਨ ਕਰਦਾ ਹੈ, ਕਿੱਥੇ ਉਹ ਤੁਹਾਨੂੰ ਗਿਰਾਉਂਦਾ ਹੈ, ਕਿਹਦੇ ਵਿੱਚੋਂ ਦੀ ਗਿਰਾਉਂਦਾ ਹੈ, ਕਿੱਦਾਂ ਗਿਰਾਉਂਦਾ ਆ। ਇਹਨਾਂ ਦੇ ਬਾਰੇ ਤੁਹਾਨੂੰ ਤੁਸੀਂ ਜਦੋਂ ਜਾਣਕਾਰੀ ਪ੍ਰਾਪਤ ਕਰੋਗੇ, ਫਿਰ ਤੁਸੀਂ ਆਪਣਾ ਬਚਾਅ ਕਰ ਸਕਦੇ ਆ, ਫਿਰ ਤੁਸੀਂ ਆਪਣਾ ਆਪ ਸੰਭਾਲ ਸਕਦੇ ਆ। ਯਿਸੂ ਮਸੀਹ ਕਹਿੰਦੇ ਜੇ ਮੈਂ ਨਾ ਹੁੰਦਾ ਨਾ ਤੇ ਨਾ ਗੱਲਾਂ ਕਰਦਾ। ਮਤਲਬ ਆ ਨਵਾਂ ਨਿਯਮ ਜਿਹੜਾ ਆਪਾਂ ਪੜ੍ਹਦੇ ਆ ਮੱਤੀ, ਮਰਕੁਸ, ਲੂਕਾ ਤੇ ਯਹੋਨਾ, ਜੇ ਇਹ ਨਾ ਲਿਖਿਆ ਹੁੰਦਾ ਤੁਹਾਡੇ ਮੇਰੇ ਲਈ ਤੇ ਆਪਣਾ ਪਾਪ ਹੋਣਾ ਨਹੀਂ ਸੀਗਾ। ਕਰੀ ਜਾਓ ਜੋ ਕਰਦੇ, ਉਹ ਬਲੀਆਂ ਚੜਾਈ ਜਾਣੀਆਂ ਸੀ। ਫਿਰ ਆਪਾਂ ਵੀ ਕਬੂਤਰਾਂ ਦੀਆਂ ਲੈ ਕੇ, ਕਦੀ ਬੱਕਰੇ ਦੀਆਂ ਲੈ ਕੇ, ਮੇਮਣੀਆਂ ਦੀਆਂ, ਅੱਜ ਤਾਂ ਉਦਾਂ ਹੀ ਖਾਂਦੇ ਆ, ਫਿਰ ਬਲੀ ਚੜਾ ਕੇ ਖਾਇਆ ਕਰਨਾ ਸੀਗਾ। ਪਾਪ ਕੀਤਾ ਚਲੋ ਬਲੀ ਚੜਾ ਦਿੱਤੀ, ਪਾਪ ਕੀਤਾ ਕਬੂਤਰ ਚੜਾ ਦਿੱਤੇ। ਹਾਂ, ਕਹਿੰਦੇ ਜੇ ਮੈਂ ਨਾ ਆਉਂਦਾ ਤੇ ਗੱਲਾਂ ਨਾ ਕਰਦਾ ਨਾ ਤੇ ਉਹਨਾਂ ਦਾ ਪਾਪ ਨਹੀਂ ਹੋਣਾ ਸੀਗਾ, ਕਿਉਂਕਿ ਲੋਕ ਉਸ ਸਮੇਂ ਗਿੱਝ ਗਏ ਸੀਗੇ, ਆਕੀ ਹੋ ਗਏ ਸੀਗੇ। ਪਾਪ ਕਰੋ, ਡਰ ਹੀ ਖਤਮ ਹੋ ਗਿਆ ਸੀ। ਪਾਪ ਕੀਤਾ ਚਲੋ ਮੇਮਣਾ ਲਿਆਓ, ਹੱਥ ਰੱਖੋ ਉਹਦੇ ਤੇ, ਮੇਮਣੇ ਦੀ ਧੌਣ ਲਾ ਦਿਓ, ਚਲੋ ਜੀ ਬੰਦਾ ਠੀਕ ਆ, ਪਾਪ ਮਾਫ ਹੋ ਗਏ ਉਹਦੇ। ਲੋਕ ਆਕੀ ਹੋ ਗਏ ਸੀਗੇ, ਆ ਗਿੱਝ ਗਏ ਸੀਗੇ ਇਸ ਗੱਲ ਦੇ ਉੱਪਰ, ਗਿੱਝ ਗਏ ਸੀਗੇ ਇਸ ਗੱਲ ਦੇ ਉੱਪਰ। ਇਹ ਤਾਂ ਕਿਸੇ ਨੂੰ ਸੁਣਦਾ ਨਹੀਂ। ਲੋਕ ਉਸ ਸਮੇਂ ਗਿੱਝ ਗਏ ਸੀਗੇ ਕਿ ਚਲੋ ਪਾਪ ਹੋ ਗਿਆ, ਚਲੋ ਮੇਮਨੇ ਤੇ ਹੱਥ ਰੱਖੋ ਔਰ ਉਹਦੀ ਗਰਦਨ ਲਹਾ ਦਿਓ ਤੇ ਚਲੋ ਜੀ ਇਨਸਾਨ ਪਵਿੱਤਰ ਹੋ ਗਿਆ ਤੇ ਪਾਪ ਮਾਫ ਹੋ ਗਏ। ਪਰ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਨਿਕਲੇ ਸ਼ਬਦ ਕਹਿੰਦੇ ਜੇ ਮੈਂ ਨਾ ਹੁੰਦਾ ਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਤੇ ਫਿਰ ਕਹਿੰਦੇ ਉਹਨਾਂ ਦਾ ਪਾਪ ਨਹੀਂ ਹੋਣਾ ਸੀਗਾ। ਮੱਤੀ, ਮਰਕੁਸ, ਲੂਕਾ, ਯਹੋਨਾ ਜੋ ਲਿਖਿਆ ਨਾ ਬਾਈਬਲ ਦੇ ਵਿੱਚ, ਅੱਗੇ ਰਸੂਲਾਂ ਦੇ ਦੁਆਰਾ, ਚੇਲਿਆਂ ਦੇ ਦੁਆਰਾ ਜੋ ਲਿਖਿਆ ਹੋਇਆ ਆ, ਇਹ ਇਸੇ ਲਈ ਲਿਖ ਦਿੱਤਾ ਗਿਆ ਆ ਕਿ ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ ਹੈਗਾ ਕਿ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ, ਸਾਨੂੰ ਪਤਾ ਹੀ ਨਹੀਂ, ਅਸੀਂ ਤਾਂ ਇਸ ਗੱਲ ਤੋਂ ਜਾਣੂ ਹੀ ਨਹੀਂ ਹੋਏ ਆ। ਬਾਈਬਲ ਤੁਸੀਂ ਨਹੀਂ ਪੜੋਗੇ ਤਾਂ ਇਹਦਾ ਕੋਈ ਬਹਾਨਾ ਨਹੀਂ ਹੈਗਾ। ਜੇ ਪ੍ਰਾਰਥਨਾ ਤੁਸੀਂ ਨਹੀਂ ਕਰੋਗੇ ਜਾਂ ਸਿੱਖੋਗੇ ਨਹੀਂ ਤਾਂ ਇਹ ਕੋਈ ਬਹਾਨਾ ਨਹੀਂ ਹੈਗਾ। ਖੁਦਾ ਨੇ ਤੁਹਾਨੂੰ ਮੌਕਾ ਦਿੱਤਾ ਹੈ, ਉਹਨੇ ਤੁਹਾਨੂੰ ਸਾਹ ਦਿੱਤੇ, ਤੁਹਾਨੂੰ ਜ਼ਿੰਦਾ ਰੱਖਿਆ, ਰੋਜ਼ ਦਾ ਦਿਨ ਦਿਖਾਉਂਦਾ ਤੁਹਾਨੂੰ। ਕਾਹਦੇ ਲਈ? ਬਾਈਬਲ ਦਾ ਗਿਆਨ ਲੈਣ ਦੇ ਲਈ, ਯਿਸੂ ਮਸੀਹ ਦੇ ਬਾਰੇ ਜਾਣੂ ਹੋਣ ਦੇ ਲਈ, ਸੱਚੇ ਪਰਮੇਸ਼ਵਰ ਦੇ ਬਾਰੇ, ਸੱਚੇ ਪਰਮੇਸ਼ਵਰ ਦੀ ਖੋਜ ਕਰਨ ਦੇ ਬਾਰੇ ਤੁਹਾਨੂੰ ਜ਼ਿੰਦਗੀ ਦੇ ਰਿਹਾ। ਤੁਹਾਨੂੰ ਕੀ ਲੱਗਦਾ ਕਿ ਜ਼ਿੰਦਗੀ ਦੇ ਰਿਹਾ ਉਹ ਸਵੇਰੇ ਕੰਮ ਤੇ ਜਾਣ ਦੇ ਲਈ, ਬੱਚੇ ਪਾਲਣ ਦੇ ਲਈ, ਘਰ ਦੇ ਰਾਸ਼ਨ ਦੇ ਲਈ, ਪੈਸੇ ਕਮਾਉਣ ਦੇ ਲਈ? ਇਹਦੇ ਨਾਲ ਨਾਲ ਤੁਹਾਨੂੰ ਉਹ ਬਾਈਬਲ ਦਾ ਗਿਆਨ ਦੇਣ ਦੇ ਲਈ ਵੀ ਜ਼ਿੰਦਗੀ ਦੇ ਰਿਹਾ ਹੈ। ਆਤਮਿਕਤਾ ਦੇ ਵਿੱਚ ਕਿੱਦਾਂ ਅੱਗੇ ਵਧਣਾ ਉਹਦੇ ਲਈ ਤੁਹਾਨੂੰ ਜੀਵਨ ਦੇ ਰਿਹਾ ਹੈ। ਸਵਰਗ ਕਿੱਦਾਂ ਪਹੁੰਚਣਾ ਆ, ਪਰਮੇਸ਼ਵਰ ਦੇ ਨਾਲ ਬੈਠ ਕੇ ਖਾਣਾ ਕਿੱਦਾਂ ਖਾਣਾ ਆ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦਾ ਆ। ਇਹਦੇ ਲਈ ਤੁਹਾਨੂੰ ਜ਼ਿੰਦਗੀ ਦੇ ਰਿਹਾ ਹੈ ਉਹ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ ਸਮਝ ਦੇ ਵਿੱਚ ਇਹ ਗੱਲਾਂ ਆ ਰਹੀਆਂ ਹੈ ਕਿ ਹੁਣ ਬਹਾਨਾ ਨਹੀਂ ਚੱਲਣਾ ਆ ਕੋਈ, ਜਦੋਂ ਤੁਹਾਨੂੰ ਪਤਾ ਲੱਗ ਗਿਆ। ਬਾਈਬਲ ਕਹਿੰਦਾ ਜਿਹਨੂੰ ਪਤਾ ਲੱਗ ਗਿਆ ਫਿਰ ਪਾਪ ਦੇ ਨਿਮਿਤ ਕੋਈ ਮਾਫੀ, ਕੋਈ ਬਲੀਦਾਨ ਨਹੀਂ ਹੈਗਾ। ਫਿਰ ਕੀ ਚੜਾਉਂਗੇ ਦੱਸੋ ਪਹਿਲਾਂ ਮੈਨੂੰ? ਕੀ ਪਹਿਲਾਂ ਅਸੀਂ ਕੀ ਕੀਤਾ? ਆਪਣੀ ਕੁਰਬਾਨੀ ਦੇ ਦਿੱਤੀ। ਸਾਨੂੰ ਜੋ ਚੰਗਾ ਲੱਗਦਾ, ਨਸ਼ਾ ਛੱਡ ਦਿੱਤਾ, ਨਸ਼ੇ ਦੀ ਕੁਰਬਾਨੀ ਦੇ ਦਿੱਤੀ, ਪਾਪ ਦੀ ਕੁਰਬਾਨੀ ਦੇ ਦਿੱਤੀ, ਬੁਰਾਈ ਦੀ ਕੁਰਬਾਨੀ ਦੇ ਦਿੱਤੀ ਹੈ ਨਾ। ਚਲੋ ਪ੍ਰਭੂ ਦੇ ਵਿੱਚ ਆ ਗਏ ਆ, ਹੁਣ ਨਹੀਂ ਕਰਦੇ ਉਹ, ਹਨਾ। ਪਤਾ ਲੱਗ ਗਿਆ ਆ, ਪਰ ਪਤਾ ਲੱਗਣ ਦੇ ਬਾਵਜੂਦ ਵੀ ਫਿਰ 6 ਮਹੀਨੇ ਬਾਅਦ, ਸਾਲ ਬਾਅਦ ਫਿਰ ਅਸੀਂ ਪਾਪ ਨੂੰ ਕਰਾਂਗੇ। ਤੇ ਬਾਈਬਲ ਕਹਿੰਦਾ ਜਾਣਨ ਤੋਂ ਬਾਅਦ ਪਾਪ ਦੇ ਨਿਮਿਤ ਕੋਈ ਬਲੀਦਾਨ ਹੈ ਨਹੀਂਗਾ। ਹੁਣ ਕੀ ਬਲੀਦਾਨ ਦੋਗੇ? ਜਦੋਂ ਇੱਕ ਇਨਸਾਨ ਨੂੰ ਪਤਾ ਹੀ ਲੱਗ ਗਿਆ ਬਾਈਬਲ 'ਚ ਕਿ ਨਸ਼ਾ ਕਰਨਾ ਪਾਪ ਆ, ਹਨਾ, ਫਿਰ ਵੀ ਉਹ ਜਾਣਨ ਤੋਂ ਬਾਅਦ ਵੀ ਨਸ਼ਾ ਕਰੇਗਾ, ਫਿਰ ਕੀ ਬਲੀਦਾਨ ਦੋਗੇ ਦੱਸੋ? ਆਪਣੀ ਗਰਦਨ ਵਢਾਓਗੇ ਦੱਸੋ? ਆਪਣਾ ਘਾਤ ਕਰੋਗੇ? ਕੀ ਕਰੋਗੇ? ਫਿਰ ਕਾਹਦਾ ਬਲੀਦਾਨ ਚੜਾਓਗੇ ਦੱਸੋ? ਫਿਰ ਬਾਈਬਲ ਕਹਿੰਦਾ ਉਹਦੇ ਨਿਮਿਤ ਫਿਰ ਦੰਡ ਦੀ ਆਗਿਆ ਆ, ਸਜ਼ਾ ਆ ਫਿਰ ਉਹਦੇ ਨਿਮਿਤ।
ਅਣਜਾਣਪੁਣੇ ਦੇ ਵਿੱਚ ਕੀਤੇ ਪਾਪ ਦੀ ਮਾਫੀ ਆ। ਕਹਿੰਦੇ ਤੌਬਾ ਕਰੋ, ਬਪਤਿਸਮਾ ਲਓ ਤੇ ਸਵਰਗ ਤੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣਗੇ। ਹਾਲੇਲੂਇਆ। ਇਸ ਲਈ ਆਪਣੀ ਜ਼ਿੰਦਗੀ ਨੂੰ ਜਾਂਚੋ ਤੇ ਪਰਖੋ, ਕਿਤੇ ਤੁਹਾਡੇ ਜੀਵਨ ਦੇ ਅੰਦਰ ਕੋਈ ਭੈੜੀ ਚਾਲ ਤਾਂ ਨਹੀਂ ਹੈ ਜੋ ਸ਼ੈਤਾਨ ਨੇ ਬੀਜ ਸੁੱਟਿਆ ਹੋਵੇ ਤਾਂ ਉਹ ਪੁੰਗਰਦਾ ਹੋਵੇ। ਇਸ ਗੱਲ ਦੇ ਉੱਪਰ ਗੌਰ ਕਰਨਾ, ਇਸ ਗੱਲ ਦੇ ਉੱਪਰ ਧਿਆਨ ਦੇਣਾ ਹੈ। ਆਈਏ ਸਭ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰੀਏ, ਅੱਜ ਦੇ ਵਚਨ ਤੇ ਮਨਨ ਕਰਨ ਦੇ ਲਈ ਪ੍ਰਾਰਥਨਾ ਕਰੀਏ। ਸਭ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਔਰ ਅੱਜ ਦੀ ਪ੍ਰਾਰਥਨਾ ਦੇ ਵਿੱਚ ਚੱਲਦੇ ਹਾਂ। Jesus. Thank you Father, thank you Father. Hallelujah, hallelujah, hallelujah. ਜ਼ਿਬਤੇ ਮੇਰੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਬੰਦ। ਇਹ ਜ਼ਿੰਦਗੀ ਜੋ ਤੁਸੀਂ ਸਾਨੂੰ ਦਿੱਤੀ ਹੈ, ਸਮਾਂ ਜੋ ਤੁਸੀਂ ਸਾਨੂੰ ਦਿੱਤਾ ਸੀ, ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਅੱਜ ਦੀ ਮੀਟਿੰਗ ਦੇ ਲਈ ਧੰਨਵਾਦ ਕਰਦੇ, ਜਿਹਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਚਲਾਇਆ ਸੀ, ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ। ਅੱਛੇ ਮੌਸਮ ਦੇ ਲਈ ਵੀ ਧੰਨਵਾਦ ਕਰਦੇ ਕਿ ਤੁਸੀਂ ਸਭਨਾਂ ਦੇ ਉੱਪਰ ਨਿਗਾਹ ਕੀਤੀ ਮੇਰੇ ਪ੍ਰਭੂ ਜੀ, ਔਰ ਵੱਡੀ ਕਿਰਪਾ ਉਠੇਲੀ ਆ ਮੇਰੇ ਪ੍ਰਭੂ। ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਜੀ। ਅੱਜ ਦੇ ਵਚਨ ਦੇ ਲਈ ਧੰਨਵਾਦ ਕਰਦੇ ਹਾਂ ਮੇਰੇ ਖੁਦਾਵੰਦ। ਅੱਜ ਦੇ ਵਚਨ ਦਾ ਬੀਜ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ ਜੀ। ਔਰ ਜਿੰਨੀਆਂ ਜ਼ਿੰਦਗੀਆਂ ਨੇ ਅੱਜ ਦੇ ਵਚਨ ਨੂੰ ਸੁਣਿਆ ਆ, ਬਲੀਵ ਕਰਦਾ ਆ ਕਿ ਬਹੁਤ ਕੁਝ ਸਿੱਖਿਆ ਆ ਮੇਰੇ ਪ੍ਰਭੂ ਜੀ। ਔਰ ਤੁਹਾਡੇ ਬੱਚੇ ਖੁਦਾਵੰਦ ਅੱਜ ਦੇ ਵਚਨ ਦੇ ਉੱਪਰ ਮਨਨ ਕਰਨ ਮੇਰੇ ਪ੍ਰਭੂ ਜੀ, ਧਿਆਨ ਦੇਣ ਮੇਰੇ ਖੁਦਾਵੰਦ, ਔਰ ਆਪਣੀ ਜ਼ਿੰਦਗੀ ਨੂੰ ਬਰਕਤਾਂ ਦੇ ਨਾਲ ਮਾਲਾ ਮਾਲ ਕਰ ਲੈਣ ਮੇਰੇ ਪ੍ਰਭੂ ਜੀ। ਬਾਈਬਲ ਤਾਂ ਇਹੀ ਕਹਿੰਦਾ, ਵਿਸ਼ਵਾਸੀ ਨੂੰ, ਇਮਾਨਦਾਰ, ਪਵਿੱਤਰ ਔਰ ਜੋ ਵਫਾਦਾਰ ਆ ਖੁਦਾਵੰਦ ਦੇ ਵਿੱਚ, ਉਹਨੂੰ ਚਾਰੇ ਪਾਸਿਓਂ ਬਰਕਤਾਂ ਘੇਰ ਲੈਣਗੀਆਂ ਮੇਰੇ ਖੁਦਾਵੰਦ। ਆਪਣੇ ਲੋਕਾਂ ਨੂੰ ਇਮਾਨਦਾਰ ਬਣਾਓ, ਵਫਾਦਾਰ ਬਣਾਓ ਮੇਰੇ ਪਰਮੇਸ਼ਵਰ। ਅਸੀਂ ਤੁਹਾਡਾ ਧੰਨਵਾਦ ਕਰਦੇ। ਬਾਈਬਲ ਦੇ ਗਿਆਨ ਦਿਓ ਮੇਰੇ ਖੁਦਾਵੰਦ, ਬਾਈਬਲ ਦੇ ਵਚਨਾਂ ਤੋਂ ਜਾਣੂ ਕਰਾਓ ਮੇਰੇ ਪਰਮੇਸ਼ਵਰ। ਅਗਰ ਕੋਈ ਬਿਮਾਰ ਆ ਤਾਂ ਵਚਨ ਨੂੰ ਸੁਣ ਕੇ ਚੰਗਾ ਹੋ ਜਾਵੇ ਮੇਰੇ ਪਰਮੇਸ਼ਵਰ। ਅਗਰ ਕੋਈ ਦੁਖੀ ਆ ਤਾਂ ਉਹ ਦੁੱਖਾਂ ਤੋਂ ਆਜ਼ਾਦ ਹੋ ਜਾਵੇ ਮੇਰੇ ਪਰਮੇਸ਼ਵਰ। ਅਗਰ ਕੋਈ ਬੰਧਨਾਂ ਦੇ ਵਿੱਚ ਆ ਤੇ ਹਰ ਇੱਕ ਤਰ੍ਹਾਂ ਦਾ ਬੰਧਨ ਅੱਜ ਯਿਸੂ ਮਸੀਹ ਦੇ ਸ਼ਕਤੀਸ਼ਾਲੀ ਨਾਮ ਦੇ ਨਾਲ ਤੋੜਿਆ ਜਾਵੇ ਮੇਰੇ ਪਰਮੇਸ਼ਵਰ। ਤੁਹਾਡੇ ਲੋਕ ਆਜ਼ਾਦ ਹੋਣ, ਛੁਟਕਾਰਾ ਪਾਉਣ, ਚੰਗੇ ਹੋਣ ਮੇਰੇ ਪਰਮੇਸ਼ਵਰ। ਮੈਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਅੱਜ ਦਾ ਦਿਨ ਸਾਡੀ ਜ਼ਿੰਦਗੀਆਂ 'ਚ ਦੇਣ ਦੇ ਲਈ ਮੇਰੇ ਪ੍ਰਭੂ। ਔਰ ਸ਼ੁਕਰ ਕਰਦਾ ਹਾਂ ਤੁਸੀਂ ਆਪਣੇ ਦਾਸਾਂ ਨੂੰ ਖੁਦਾਵੰਦ, ਜਿੰਨੇ ਵੀ ਤੁਹਾਡੇ ਚੁਣੇ ਹੋਏ ਦਾਸ ਨੇ ਮੇਰੇ ਪ੍ਰਭੂ, ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੋ ਖੁਦਾਵੰਦ। ਔਰ ਉਹਨਾਂ ਨੂੰ ਹੋਰ ਵੀ ਅੱਛੀ ਸਮਝ ਦਿਓ ਮੇਰੇ ਪ੍ਰਭੂ, ਵਚਨ ਦੇ ਗਿਆਨ ਦੇ ਨਾਲ ਭਰੋ ਮੇਰੇ ਪ੍ਰਭੂ। ਔਰ ਜਦੋਂ ਬੋਲਣ ਮੇਰੇ ਪ੍ਰਭੂ ਤੇ ਲੋਕਾਂ ਦੇ ਹਿਰਦੇ ਛਿੱਦਣ ਮੇਰੇ ਪਰਮੇਸ਼ਵਰ। ਅਸੀਂ ਤੁਹਾਡਾ ਧੰਨਵਾਦ ਕਰਦੇ ਜਿੰਨੇ ਲੋਕ ਬਚਾਏ ਗਏ ਆ, ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਜੀ। ਔਰ ਤੁਸੀਂ ਆਪਣੇ ਲੋਕਾਂ ਨੂੰ ਕਿਸੇ ਵੀ ਬਰਕਤ ਤੋਂ ਓਹਲਾ ਨਹੀਂ ਰੱਖਦੇ ਮੇਰੇ ਪਰਮੇਸ਼ਵਰ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਜੌਬ ਦੇ ਨਾਲ ਬਲੈਸ ਕੀਤਾ, ਬਿਜ਼ਨਸ ਦੇ ਨਾਲ ਬਲੈਸ ਕੀਤਾ ਖੁਦਾਵੰਦ, ਸ਼ੁਕਰਗੁਜ਼ਾਰ ਆ। ਸਟੱਡੀ ਕਰਨ 'ਚ ਮਦਦ ਕੀਤੀ, ਆਪਣੇ ਬੱਚਿਆਂ ਦੇ ਅੱਛੇ ਰਿਜ਼ਲਟ ਦੇ ਨਾਲ ਬਲੈਸ ਕੀਤਾ। ਅਸੀਂ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਮੇਰੇ ਪ੍ਰਭੂ ਜੀ, ਕਿਉਂਕਿ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੀ ਤੁਹਾਡੇ ਤੋਂ ਹੁੰਦੀ ਹੈ ਮੇਰੇ ਪ੍ਰਭੂ ਜੀ। ਔਰ ਧੰਨਵਾਦ ਕਰਦੇ ਹਾਂ, ਇਹ ਸਪਿਰਚੁਅਲ ਬੰਦਾ ਹੀ ਇਹਨਾਂ ਗੱਲਾਂ ਨੂੰ ਸਮਝ ਸਕਦਾ ਹੈ ਮੇਰੇ ਪ੍ਰਭੂ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਸਾਰੇ ਇੰਤਜ਼ਾਮਾਂ ਦੇ ਲਈ ਵੀ ਸ਼ੁਕਰ ਕਰਦੇ ਹਾਂ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਖੁਦਾਵੰਦ। ਆਨਲਾਈਨ ਵਿਊਵਰਸ ਦੇ ਲਈ ਆਸ਼ੀਸ਼ ਔਰ ਬਰਕਤ ਦੀ ਮੰਗ ਕਰਦੇ ਹਾਂ ਪ੍ਰਭੂ। ਜਿਸ ਵੀ ਦਿੱਕਤ ਪਰੇਸ਼ਾਨੀ ਦੇ ਵਿੱਚ ਹੈ, ਉਹ ਦਿੱਕਤਾਂ ਪਰੇਸ਼ਾਨੀਆਂ ਜ਼ਿੰਦਗੀਆਂ ਨੂੰ ਛੱਡ ਕੇ ਚਲੀਆਂ ਜਾਣ, ਮੇਰੀ ਦੁਆ ਆ ਮੇਰੇ ਪ੍ਰਭੂ ਜੀ। ਔਰ ਬੇਔਲਾਦਾਂ ਨੂੰ ਔਲਾਦ ਦਿਓ, ਬੇਘਰਿਆਂ ਨੂੰ ਘਰ ਦਿਓ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ, ਬੇਸ਼ਾਂਤਾਂ ਨੂੰ ਸ਼ਾਂਤੀ ਦਿਓ ਮੇਰੇ ਪ੍ਰਭੂ। ਬਰਕਤ ਤੋਂ ਵਾਂਝਿਆ ਬਰਕਤ ਦਿਓ ਮੇਰੇ ਪਰਮੇਸ਼ਵਰ। ਔਰ ਜੋ ਸਰੀਰਕ ਉਹ ਆਤਮਕ ਹੋਣ, ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ, ਵੱਡੀ ਬਰਕਤ ਦੇਣ ਦੇ ਲਈ, ਵੱਡੀ ਆਸ਼ੀਸ਼ ਦੇਣ ਦੇ ਲਈ ਤੁਹਾਡਾ ਸ਼ੁਕਰ ਕਰਦੇ ਹੋਏ ਅੱਜ ਦੀ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਬਲੀਵ ਕਰਦਾ ਹਾਂ ਕਿ ਅੱਜ ਦੀ ਮੀਟਿੰਗ ਤੋਂ ਤੁਸੀਂ ਸਭਨਾਂ ਨੇ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕੀਤਾ ਹੈ। ਔਰ ਮੈਂ ਇਹ ਬਲੀਵ ਕਰਦਾ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਲਗਾਤਾਰ ਪ੍ਰਾਰਥਨਾ ਕਰਦੇ ਹਾਂ, ਬਾਈਬਲ ਪੜ੍ਹਦੇ ਹਾਂ ਔਰ ਫਾਸਟਿੰਗ ਦੇ ਵਿੱਚ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਜਾ ਰਹੇ ਹਾਂ। ਤੇ ਮੈਂ ਇਹ ਬਲੀਵ ਕਰਦਾ ਹਾਂ ਕਿ ਬਾਈਬਲ ਦੀਆਂ ਬਰਕਤਾਂ ਤੁਹਾਡੇ ਤੱਕ ਪਹੁੰਚਣ ਤੋਂ ਕੋਈ ਰੋਕ ਨਹੀਂ ਸਕਦਾ ਆ। ਕਿ ਅਗਰ ਤੁਹਾਡੀ ਪ੍ਰੇਅਰ ਜਿਹੜੀ ਆ ਉਹ ਰੈਗੂਲਰ ਆ, ਬਾਈਬਲ ਰੀਡਿੰਗ ਜਿਹੜੀ ਤੁਹਾਡੇ ਜੀਵਨ ਦੇ ਵਿੱਚ ਰੈਗੂਲਰ ਆ, ਬਾਈਬਲ ਦਾ ਜਿਹੜਾ ਵਚਨ ਤੁਸੀਂ ਰੋਜ਼ ਖਾਂਦੇ ਆ, ਤੇ ਤੁਸੀਂ ਆਪਣੇ ਆਪ ਨੂੰ ਆਤਮਿਕ ਤੌਰ ਤੇ ਫਿਰ ਤੰਦਰੁਸਤ ਕਰਦੇ ਆ। ਤੇ ਫਿਰ ਜਦੋਂ ਤੰਦਰੁਸਤ ਕਰਦੇ ਆ ਤੇ ਤੁਸੀਂ ਇੱਕ ਜ਼ੋਰਾਵਰ ਇਨਸਾਨ ਬਣ ਜਾਂਦੇ ਆ। ਤੇ ਬਾਈਬਲ ਕਹਿੰਦਾ ਆ ਜ਼ੋਰਾਵਰ ਨੂੰ ਲੁੱਟਣਾ ਜਾਂ ਉਹਨੂੰ ਬੰਦੀ ਬਣਾਉਣਾ ਇੰਨਾ ਸੌਖਾ ਨਹੀਂ ਆ। ਸ਼ੈਤਾਨ ਫਿਰ ਤੁਹਾਡੇ ਉੱਪਰ ਹੈਵੀ ਕਦੀ ਵੀ ਨਹੀਂ ਹੋ ਸਕਦਾ ਅਗਰ ਤੁਸੀਂ ਜ਼ੋਰਾਵਰ ਆ ਤਾਂ ਬਾਈਬਲ ਦੀ ਖੁਰਾਕ ਲੈ ਕੇ, ਪ੍ਰੇਅਰ ਦੇ ਦੁਆਰਾ ਮਸਾ ਲੈ ਕੇ
ਜਦੋਂ ਤੁਸੀਂ ਜ਼ੋਰਾਵਰ ਬਣਦੇ ਆ। ਬਾਈਬਲ ਕਹਿੰਦਾ ਕਿੱਦਾਂ ਲੁੱਟ ਸਕਦੇ ਜਦ ਤੱਕ ਉਹਦੇ ਹੱਥ ਨਾ ਬੰਨ ਲਏ ਜਾਣ। ਔਰ ਹੱਥ ਕਿੱਦਾਂ ਫਿਰ ਸ਼ੈਤਾਨ ਬੰਨ੍ਹਦਾ ਹੈ? ਜਦੋਂ ਫਿਰ ਪਾਪ ਨੂੰ ਸਾਹਮਣੇ ਲੈ ਕੇ ਆਉਂਦਾ, ਗਲਤ ਕੰਮਾਂ ਨੂੰ, ਨਸ਼ੇ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦਾ। ਜਦੋਂ ਆਪਣਾ ਬੀਜ ਇੱਕ ਇਨਸਾਨ ਦੇ ਜੀਵਨ 'ਚ ਬੀਜਦਾ ਆ, ਉਹ ਜਦੋਂ ਇੱਕ ਇਨਸਾਨ ਫਿਰ ਬੀਜਣ ਦਿੰਦਾ ਆ, ਤੇ ਫਿਰ ਇਹਦਾ ਮਤਲਬ ਉਹ ਆਪਣੇ ਹੱਥਾਂ ਨੂੰ ਸ਼ੈਤਾਨ ਦੇ ਹੱਥਾਂ 'ਚ ਦਿੰਦਾ ਕਿ ਤੂੰ ਮੈਨੂੰ ਬੰਨ ਤੇ ਫਿਰ ਮੈਨੂੰ ਲੁੱਟ ਜਿੰਨਾ ਤੂੰ ਲੁੱਟ ਸਕਦਾ ਹੈ। ਬਾਈਬਲ ਕਹਿੰਦਾ ਜ਼ੋਰਾਵਰ ਨੂੰ ਕੋਈ ਨਹੀਂ ਲੁੱਟ ਸਕਦਾ ਜਦ ਤੱਕ ਉਹ ਬੰਨਿਆ ਨਾ ਜਾਵੇ। ਔਰ ਬਾਈਬਲ ਕਹਿੰਦਾ ਤੁਹਾਡੇ ਅੰਦਰ ਜਿਹੜਾ ਆਤਮਾ ਉਹ ਦਲੇਰੀ ਦਾ ਆਤਮਾ ਹੈ, ਤੁਹਾਨੂੰ ਜ਼ੋਰਾਵਰ ਬਣਾਉਂਦਾ ਹੈ। ਕਿੱਦਾਂ ਸ਼ੈਤਾਨ ਤੁਹਾਡੇ ਉੱਪਰ ਹੈਵੀ ਹੋ ਜਾਏ? ਕਦੀ ਨਹੀਂ ਹੋ ਸਕਦਾ। ਪਵਿੱਤਰ ਆਤਮਾ ਦੀ ਅਧੀਨਗੀ ਦੇ ਵਿੱਚ ਬਣੇ ਰਹੋ। ਖੁਦਾਵੰਦ ਤੁਹਾਨੂੰ ਬਹੁਤਾਈ ਤੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਪਾਸਟਰ ਆਸਟਿਨ ਸੈਮੂਅਲ ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਆਸ਼ੀਸ਼ ਔਰ ਬਰਕਤ ਦਿੰਦਾ ਹਾਂ। ਗॉड ब्लेस। आमीन।